ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਵਾਜ। ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਤੋ ਸੋ ਨਾਨਾਥ ਅਨਾਥ ਨਾਮੋ ਸਰ, ਤੋ ਸੋ ਨਾਦਾਨੀ ਨਾਮੋ ਸੋ ਭਿਖਾਰੀ। ਮੋ ਸੋ ਨਾ ਪਤਿਤ ਨਾ ਪਾਵਨ ਤੋ ਸਰ, ਮੋ ਸੋ ਅਗਿਆਨ ਨਾ ਤੋ ਸੋ ਵਿਚਾਰੀ। ਮੋ ਸੋ ਨਾ ਪਤਿਤ ਨਾ ਪਾਵਨ ਤੋ ਸਰ, ਮੋ ਸੋ ਵਿਕਾਰੀ ਨਾ ਤੋ ਸੋ ਪੁਕਾਰੀ। ਮੋਰੇ ਹੈ ਅਵਗੁਣ ਤੂੰ ਗੁਣ ਸਾਗਰ। ਮੋਰੇ ਅਵਗੁਣ ਤੂੰ ਗੁਣ ਸਾਗਰ। ਜਾਤਰ ਸਾਤ ਲਿਓਟ ਤੁਹਾਰੀ, ਕਿਸ ਹੀ ਕੋਈ ਕੋਏ। ਮੰਝ ਨਿਮਾਣੀ ਇੱਕ ਤੂੰ, ਕਿਸੇ ਦਾ ਕੋਈ ਕਿਸੇ ਦਾ ਕੋਈ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਤੂੰ ਹੀ ਮਾਲਕਾ, ਤੂੰ ਹੀ ਮਾਲਕਾ, ਤੂੰ ਹੀ ਮਾਲਕਾ। ਸਾਡਾ ਤੂੰ ਹੀ ਮਾਲਕਾ। ਉਹ ਤੂੰ ਹੀ ਮਾਲਕਾ, ਤੂੰ ਹੀ ਮਾਲਕਾ, ਤੂੰ ਹੀ ਮਾਲਕਾ। ਸਾਡਾ ਤੂੰ ਹੀ ਮਾਲਕਾ। ਤੂੰ ਹੀ ਮਾਲਕਾ, ਤੂੰ ਹੀ ਮਾਲਕਾ, ਤੂੰ ਹੀ ਮਾਲਕਾ, ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ ਮਾਲਕਾ। ਕਿਸੇ ਦਾ ਕੋਈ ਕਿਸੇ ਦਾ ਕੋਈ, ਸਾਡਾ ਤੂੰ ਹੀ
ਸਾਡਾ ਤੂੰ ਹੀ ਮਾਲਕ। ਰਾਮਈਆ ਹਉ ਬਾਰਕ ਤੇਰਾ, ਕਾਹੇ ਨ ਖੰਡਸ ਅਬ ਗੁਣ ਮੇਰਾ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਜੀਤ ਨ ਰਖ ਸੁਤੇ ਤੇ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਡਿਠੇ ਸਭੇ ਥਾਂਗ ਨਹੀਂ ਤੁਧ ਜੇਹਿਆ, ਬਦਹੁ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਅਤਿ ਉਚਾ ਤਾ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾਵਾਰ। ਹਉ ਆਇਆ ਦੂਰੋਂ ਚੱਲ ਕੇ, ਮੈਂ ਤਕੀ ਤੋ ਸ਼ਰਣਾਏ ਜਿਉ। ਮੈਂ ਆਸਾ ਰਖੀ ਚਿਤ ਮੈਂ, ਮੇਰਾ ਸਭੇ ਦੁਖ ਗਵਾਏ ਜਿਉ। ਮੇਰੇ ਔਗਣ ਨਾ ਚਿਤਾਰੀ ਸੱਚੇ ਪਾਤਸ਼ਾਹ। ਚਰਨਾਂ ਦੇ ਨਾਲ ਜੋੜ ਲੈ, ਔਗਣ ਨਾ ਚਿਤਾਰੀ ਸੱਚੇ ਪਾਤਸ਼ਾਹ। ਚਰਨਾਂ ਦੇ ਨਾਲ ਜੋੜ ਲੈ, ਓ ਮੇਰੇ ਔਗਣ ਨਾ ਚਿਤਾਰੀ ਸੱਚੇ ਪਾਤਸ਼ਾਹ। ਚਰਨਾਂ ਦੇ ਨਾਲ ਜੋੜ ਲੈ, ਮੇਰੇ ਔਗਣ ਨਾ ਚਿਤਾਰੀ ਸੱਚੇ ਪਾਤਸ਼ਾਹ। ਚਰਨਾਂ ਦੇ ਨਾਲ ਜੋੜ ਲੈ, ਮੇਰੇ ਔਗਣ ਨਾਚ ਤਾਰੀ ਸੱਚੇ ਪਾਤਸ਼ਾਹ। ਚਰਨਾਂ ਦੇ ਨਾਲ ਜੋੜ ਲੈ, ਮੇਰੇ ਔਗਣ ਨਾਚ ਤਾਰੀ ਸੱਚੇ ਪਾਤਸ਼ਾਹ। ਹੋ ਚਰਨਾਂ ਦੇ ਨਾਲ ਜੋੜ ਲੈ, ਮੇਰ ਦੇ ਸਹਾਰੇ ਪਾਰ ਲੰਘਣਾ, ਸਹਾਰੇ ਪਾਰ ਲੰਘਣਾ, ਸਹਾਰੇ ਪਾਰ ਲੰਘਣਾ। ਬੇੜਾ ਮੇਰੀ ਜਿੰਦੜੀ ਦਾ ਤੇਰੀ, ਮੇਰ ਦੇ ਸਹਾਰੇ ਪਾਰ ਲੰਘਣਾ। ਬੇੜਾ ਮੇਰੀ ਜਿੰਦੜੀ ਦਾ, ਓ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ। ਬੇੜਾ ਮੇਰੀ ਜਿੰਦੜੀ ਦਾ। ਓ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ। ਬੇੜਾ ਮੇਰੀ ਜਿੰਦੜੀ ਦਾ। ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ। ਬੇੜਾ ਮੇਰੀ ਜਿੰਦੜੀ ਦਾ। ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ। ਬੇੜਾ ਮੇਰੀ ਜਿੰਦੜੀ ਦਾ। ਬੇੜਾ ਮੇਰੀ ਜਿੰਦੜੀ ਦਾ, ਬੇੜਾ ਮੇਰੀ ਜਿੰਦੜੀ ਦਾ। ਬੇੜਾ ਮੇਰੀ ਹੋ ਜਿੰਦੜੀ ਦਾ।
ਬੇੜਾ ਮੇਰੀ ਜਿੰਦੜੀ ਮਿਹਰ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁੜ ਬੈਠੇ ਸਰਬ ਮਾਈਓ ਭਾਈ, ਆਓ ਸਭ ਤੋਂ ਪਹਿਲਾਂ ਜਿੱਥੇ ਤਨ ਦੀ ਹਾਜ਼ਰੀ ਭਰ ਰਹੇ ਹਾਂ ਉੱਥੇ ਮਨ ਕਰਕੇ ਵੀ ਸਾਰੇ ਹਾਜ਼ਰ ਹੋਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਇੱਕ ਵਾਰ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਬਹੁਤ ਵੱਡੀ ਕਿਰਪਾ ਸਤਿਗੁਰਾਂ ਦੀ ਹੋ ਰਹੀ ਹੈ, ਮਿਲ ਕੇ ਬੈਠਣ ਦਾ ਸੁਭਾਗ ਸਮਾਂ, ਸੁਭਾਗੀਆਂ ਘੜੀਆਂ ਆਪਾਂ ਨੂੰ ਪ੍ਰਾਪਤ ਹੋ ਰਹੀਆਂ ਨੇ। ਸੋ ਗੁਰਮੁਖੋ, ਵੱਡਿਆਂ ਮਹਾਂਪੁਰਖਾਂ ਦੇ ਬਚਨ ਨੇ, ਕਹਿੰਦੇ ਬਹੁਤ ਲੰਮਾ 84 ਲੱਖ ਜੂਨ ਦਾ ਚੱਕਰ ਭੁਗਤਣ ਤੋਂ ਬਾਅਦ ਫਿਰ ਕਿਤੇ ਮਨੁੱਖਾ ਜਨਮ ਦੀ ਪ੍ਰਾਪਤੀ ਹੁੰਦੀ ਹੈ। ਜੇ ਕਿਤੇ ਮਨੁੱਖਾ ਜਨਮ ਮਿਲ ਗਿਆ ਤੇ ਰੱਬ ਨੂੰ ਮਿਲਣ ਦੀ ਇੱਛਾ ਹਰੇਕ ਦੇ ਅੰਦਰ ਪੈਦਾ ਨਹੀਂ ਹੁੰਦੀ। ਪੂਰਬਲੇ ਕਰਮਾਂ ਅਨੁਸਾਰ ਚੱਕਰ ਭੁਗਤਣ ਤੋਂ ਬਾਅਦ ਮਨੁੱਖਾ ਜਨਮ ਮਿਲਦਾ ਹੈ। ਜੇ ਉਦੋਂ ਵੀ ਚੰਗੇ ਭਾਗ ਹੋਣ, ਕਹਿੰਦੇ ਫਿਰ ਗੁਰਸਿੱਖਾਂ ਦੇ ਘਰ ਜਨਮ ਹੁੰਦਾ ਹੈ। ਜੇ ਉਦੋਂ ਵੀ ਚੰਗੇ ਭਾਗ ਹੋਣ, ਗੁਰਸਿੱਖਾਂ ਦੇ ਘਰ ਜਨਮ ਲੈ ਕੇ ਬੰਦੇ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਮਿਲਦੀ ਹੈ। ਸਿੱਖੀ ਚੰਗਿਆਂ ਕਰਮਾਂ ਦੇ ਨਾਲ। ਇਹ 84 ਲੱਖ ਦਾ ਗੇੜ ਬੜਾ ਲੰਮਾ ਹੈ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨੁਖ ਦੇਹੀ ਪਾਈ। ਰੱਬ ਦੀ ਬੰਦਗੀ ਕਰਨ ਵਾਸਤੇ ਮਨੁੱਖਾ ਸਰੀਰ ਮਿਲਿਆ। ਕਬੀਰ ਜੀ ਮਹਾਰਾਜ, ਉਹਨਾਂ ਨੂੰ ਸੰਗਤ ਨੇ ਸਵਾਲ ਕੀਤਾ, ਕਹਿੰਦੇ ਮਹਾਰਾਜ ਕੋਈ ਹੈਰਾਨੀ ਦੀ ਗੱਲ ਦੇਖੀ ਹੈ ਦੁਨੀਆ 'ਚ? ਜਿਵੇਂ ਹਰੇਕ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਅਚਰਜ ਘਟਨਾ ਹੁੰਦੀ ਹੈ, ਹੈਰਾਨ ਕਰ ਦੇਣ ਵਾਲੀ ਗੱਲ ਹਰ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਹੁੰਦੀ ਹੈ। ਆਪਾਂ ਕਹਿੰਦੇ ਆ ਵੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਐਂ ਹੋ ਜਾਊਗਾ, ਪਰ ਹੋ ਗਿਆ ਏਦਾਂ। ਕੋਈ ਨਾ ਕੋਈ ਘਟਨਾ ਹੁੰਦੀ ਹੈ। ਮਹਾਰਾਜ ਤੁਹਾਡੀ ਜ਼ਿੰਦਗੀ 'ਚ ਵੀ ਹੈ ਕੋਈ? ਕਬੀਰ ਜੀ ਕਹਿੰਦੇ ਹੈ ਭਾਈ, ਬਹੁਤ ਵੱਡੀ ਅਚਰਜ ਘਟਨਾ ਸਾਡੀ ਜ਼ਿੰਦਗੀ 'ਚ। ਅਚੰਭੇ ਵਾਲੀ ਗੱਲ, ਹੈਰਾਨ ਕਰ ਦੇਣ ਵਾਲੀ ਗੱਲ ਮੈਂ ਵੇਖੀ। ਕਹਿੰਦੇ ਜੀ ਕਿਹੜੀ? ਕਬੀਰ ਜੀ ਕਹਿੰਦੇ ਆ, ਏਕ ਅਚੰਭੋ ਦੇਖਿਆ ਹੀਰਾ ਹਾਟ ਵਿਕਾਏ। ਕਹਿੰਦੇ ਕੋਈ ਬੰਦਾ ਹੀਰਾ ਵੇਚਦਾ ਹੈ ਤੇ ਦੂਜਾ ਖਰੀਦਣ ਚਲਿਆ ਗਿਆ। ਇੱਕ ਵੇਚਦਾ ਹੈ, ਇੱਕ ਖਰੀਦਦਾਰ ਹੈ। ਕਹਿੰਦੇ ਬਣ ਜਣ ਹਾਰੇ ਬਾਹਰਾ। ਜਿਹੜਾ ਖਰੀਦਣ ਗਿਆ ਉਹਨੇ ਹੱਥ ਖੜੇ ਕਰਤੇ। ਕਹਿੰਦਾ ਬਈ ਇੰਨਾ ਮਹਿੰਗਾ ਹੀਰਾ ਮੇਰੇ ਤੋਂ ਖਰੀਦਿਆ ਨਹੀਂ ਜਾਣਾ, ਇਹ ਮੇਰੇ ਤੋਂ ਬਾਹਰ ਦੀ ਗੱਲ ਹੈ। ਜਿਵੇਂ ਆਪਾਂ ਕਹਿੰਦੇ ਆ ਵੀ ਆਹ ਗੱਡੀ ਮੇਰੇ ਤੋਂ ਬਾਹਰ ਹੀ ਹੈ, ਆਹ ਕੋਠੀ ਮੇਰੇ ਤੋਂ ਬਾਹਰ ਹੀ ਹੈ, ਆਹ ਜ਼ਮੀਨ ਮੇਰੇ ਤੋਂ ਬਾਹਰ ਹੀ ਹੈ। ਖਰੀਦਣ ਵਾਲਾ ਕਹਿੰਦਾ ਮੇਰੇ ਤੋਂ ਖਰੀਦ ਨਹੀਂ ਹੋਣਾ ਹੀਰਾ। ਕਹਿੰਦੇ ਫਿਰ ਇਹ 'ਚ ਹੈਰਾਨੀ ਦੀ ਗੱਲ ਕੀ ਹੈ? ਕਬੀਰ ਜੀ ਕਹਿੰਦੇ ਮੈਂ ਉਦੋਂ ਹੈਰਾਨ ਹੋ ਗਿਆ, ਖਰੀਦਣ ਵਾਲਾ ਹੱਥ ਬੰਨ੍ਹਦਾ ਤੇ ਵੇਚਣ ਵਾਲਾ ਕਹਿੰਦਾ ਘਾਬਰਦਾ ਕਿਉਂ ਹੈ?
ਇਹਨੂੰ ਕੌਡੀਆਂ ਦੇ ਭਾਅ 'ਚ ਹੀ ਲੈ ਜਾ ਕੋ ਸਤਨਾਮ। ਬਣ ਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ। ਖਰੀਦਣ ਵਾਲਾ ਤੇ ਹੱਥ ਬੰਨਦਾ ਸੀ, ਵੇਚਣ ਵਾਲੇ ਨੇ ਕਹਿੰਦੇ ਉਹਨੂੰ ਕੌਡੀਆਂ ਦੇ ਭਾਅ 'ਚ ਹੀ ਵੇਚਦਾ। ਇਹ ਕਹਿੰਦੇ ਮੇਰੀ ਹੈਰਾਨੀ ਦੀ ਗੱਲ ਹੈ, ਕੀ ਸਮਝਾਉਣਾ ਚਾਹੁੰਦੇ ਕਬੀਰ ਜੀ? ਇਸ਼ਾਰਾ ਕਿਹੜਾ ਹੈ? ਵਿਆਕਰਨ ਦੇ ਵਿੱਚ ਇੱਕ ਕੇਲਾ ਬ੍ਰਿਤ ਅਲੰਕਾਰ ਹੁੰਦਾ ਹੈ। ਜਿਉਂ ਕੇਲੇ ਕੇ पात में पात, पात में पात, त्यों संतों की बात में बात, बात में बात। केले दे पत्ते ਜਿਹੜੇ ਹੁੰਦੇ ਐ ਉਹਨੂੰ ਖੋਲੀ ਜਾਵਾਂਗੇ, ਗਾਂ ਦੀ ਗਾਂ ਹੋਰ, ਗਾਂ ਦੀ ਗਾਂ ਹੋਰ ਪੱਤੇ ਨਿਕਲੀ ਜਾਂਦੇ ਆ। ਇਸੇ ਤਰ੍ਹਾਂ ਗੁਰੂ ਮਹਾਪੁਰਖਾਂ ਦੀ ਗੱਲ ਸੁਣਨ ਨੂੰ ਕੁਝ ਹੋਰ ਲੱਗਦੀ ਹੈ, ਪਰ ਅੰਤਰੀ ਅਰਥ ਕੁਝ ਹੋਰ ਹੁੰਦਾ ਹੈ। ਕੌਣ ਹੈ ਹੀਰਾ ਵੇਚਣ ਵਾਲਾ ਤੇ ਖਰੀਦਣ ਵਾਲਾ ਕੌਣ ਹੈ? ਕਿਹੜੇ ਹੀਰੇ ਦੀ ਗੱਲ ਕਰਦੇ ਆ ਕਬੀਰ ਜੀ? ਉਹ ਗੱਲ ਕਰਦੇ ਆ ਮਨੁੱਖੀ ਜਨਮ ਰੂਪੀ ਹੀਰਾ। ਜੇ ਇਹਨੂੰ ਮੁੱਲ ਖਰੀਦਣਾ ਹੁੰਦਾ ਕੋਈ ਖਰੀਦ ਹੀ ਨਹੀਂ ਸੀ ਸਕਦਾ। ਆ ਜਿਹੜੀਆਂ ਅੱਖਾਂ ਸਾਨੂੰ ਰੱਬ ਨੇ ਦੇ ਦਿੱਤੀਆਂ, ਕਿਤੇ ਮੁੱਲ ਲਵਾ ਲੈਂਦੇ ਆਪਾਂ ਕਿਤੋਂ? ਆ ਲੱਤਾਂ ਜਿਹੜੀਆਂ ਰੱਬ ਨੇ ਲਾ ਕੇ ਤੈਨੂੰ ਤੋਰਤਾ, ਮੁੱਲ ਕਿੱਥੋਂ ਲਵਾ ਲੈਂਦਾ? ਆ ਜਿਹੜੇ ਸਾਹ ਆਪਾਂ ਲੈਨੇ ਆ, ਵੇਖ ਲਓ ਜਦੋਂ ਕੋਈ ਬੰਦਾ ਅਖੀਰ ਦੇ ਸਮੇਂ ਹੁੰਦਾ ਉਦੋਂ ਆਕਸੀਜਨ ਲੱਗਦੀ ਹੈ, ਜਦੋਂ ਮੁੱਲ ਦੇ ਸਾਹ ਲੈਣੇ ਪੈਂਦੇ ਕਿੰਨੇ ਮਹਿੰਗੇ ਪੈਂਦੇ। ਤੇ ਸਾਰੀ ਜ਼ਿੰਦਗੀ ਤੂੰ ਜਿੰਨੇ ਸਾਹ ਲੈਣੇ ਆ ਇਹਨਾਂ ਦੀ ਕੀਮਤ ਕਿੱਥੋਂ ਦੇ ਦਿੰਦਾ? ਇਹਦਾ ਮੁੱਲ ਕੋਈ ਨਹੀਂ ਕਬੀਰ ਜੀ ਕਹਿੰਦੇ। ਪਰ ਹੋਇਆ ਕੀ, ਇਹ ਮਨੁੱਖਾ ਜਨਮ ਰੂਪੀ ਹੀਰਾ ਇੱਕ ਬੇਕਦਰ ਬੰਦੇ ਦੇ ਹੱਥ ਵਿੱਚ ਆ ਗਿਆ, ਜਿਹਨੇ ਰੱਬ ਨੂੰ ਭੁੱਲ ਕੇ ਆ ਮਨੁੱਖਾ ਜਨਮ ਨੂੰ ਮਾੜਿਆਂ ਕੰਮਾਂ ਦੇ ਵਿੱਚ ਲਾ ਕੇ ਕੌਡੀਆਂ ਦੇ ਭਾਜੀ ਰੋਲਦਾ। ਕਬੀਰ ਜੀ ਇਸ ਹੀਰੇ ਦੀ ਗੱਲ ਕਰਦੇ ਆ, ਮਨੁੱਖਾ ਜਨਮ ਰੂਪੀ ਹੀਰਾ। ਕਹਿੰਦੇ ਮੈਂ ਉਦੋਂ ਹੈਰਾਨ ਹੋ ਗਿਆ, ਬਣ ਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ, ਕਿ ਬੰਦਾ ਇਹਨੂੰ ਮਨੁੱਖਾ ਜਨਮ ਰੂਪੀ ਹੀਰੇ ਨੂੰ ਕਿੱਧਰ ਨੂੰ ਲਾ ਰਿਹਾ ਹੈ? ਵੇਚਦਾ ਫਿਰੇ। ਆ ਰੱਬ ਨੂੰ ਭੁੱਲ ਕੇ ਜਿਹੜੇ ਆਪਾਂ ਤੁਰੇ ਫਿਰਦੇ ਆ ਨਾ, ਇਹ ਮਨੁੱਖਾ ਜਨਮ ਨੂੰ ਆਪਾਂ ਕੌਡੀਆਂ ਦੇ ਭਾਅ 'ਚ ਹੀ ਲਾਇਆ ਹੋਇਆ ਹੈ। ਵੇਚਦਾ ਫਿਰੇ ਹੀਰਾ ਪਾ ਕੌਡੀਆਂ ਦੇ, ਵੇਚਦਾ ਫਿਰੇ ਪਾ ਕੌਡੀਆਂ ਦੇ। ਵੇਚਦਾ ਫਿਰੇ ਹੀਰਾ ਪਾ ਕੌਡੀਆਂ ਦੇ, ਵੇਚਦਾ ਫਿਰੇ ਹੀਰਾ ਪਾ ਕੌਡੀਆਂ ਦੇ, ਵੇਚਦਾ ਫਿਰੇ ਹੀਰਾ ਪਾ ਕੌਡੀਆਂ ਦੇ, ਵੇਚਦਾ ਫਿਰੇ ਹੀਰਾ ਪਾ ਕੌਡੀਆਂ ਦੇ। ਵੇਚਦਾ ਫਿਰੇ ਬਾਰੀ ਬਾਰੀ ਸਾਰੇ ਬੋਲੋ, ਪਹਿਲਾਂ ਦਾਸ ਫਿਰ ਜਥਾ। ਤੀਜੇ ਹਿੱਸੇ 'ਚ ਸਾਰੀਆਂ ਬੀਬੀਆਂ ਭੈਣਾਂ ਪਿਆਰ ਨਾਲ ਬੋਲਿਆ ਕਰੋ ਭਾਈ। ਵੇਚਦਾ ਫਿਰੇ ਹੀਰਾ ਪਾ ਕੌਡੀਆਂ ਦੇ, ਵੇਚਦਾ ਫਿਰੇ ਪਾ ਕੌਡੀਆਂ ਦੇ, ਵੇਚਦਾ ਫਿਰੇ ਪਾ ਕੌਡੀਆਂ ਦੇ, ਵੇਚਦਾ ਫਿਰੇ ਪਾ ਕੌਡੀਆਂ ਦੇ। ਕੌਡੀਆਂ ਦੇ ਵੇਚਦਾ ਫਿਰੇ ਪਾ ਕੌਡੀਆਂ ਦੇ। ਪਾ ਕੌਡੀਆਂ ਦੇ, ਪਾ ਕੌਡੀਆਂ ਦੇ, ਪਾ ਕੌਡੀਆਂ ਦੇ, ਪਾ ਕੌਡੀਆਂ ਦੇ। ਉਹ ਪਾ ਕੌਡੀਆਂ ਦੇ, ਪਾ ਕੌਡੀਆਂ
ਫਿਰੇ ਹੀਰਾ ਭਾ ਕੌਡੀਆਂ ਦੇ ਵੇਚਦਾ ਫਿਰੇ ਹੀਰਾ ਭਾ ਕੌਡੀਆਂ ਦੇ ਵੇਚਦਾ ਫਿਰੇ ਹੀਰਾ ਭਾ ਕੌਡੀਆਂ ਦੇ। ਬਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ। ਇਹ ਮਨੁੱਖਾ ਰੂਪੀ ਜਨਮ ਰੂਪੀ ਹੀਰਾ ਜਿਹੜਾ ਰੱਬ ਨੂੰ ਭੁੱਲਿਆ ਉਹ ਕੌਡੀਆਂ ਦੇ ਭਾਅ 'ਚ ਇਹਨੂੰ ਵੇਚ ਲੈ। ਆਓ ਆਪਾਂ ਵਿਚਾਰ ਸ਼ੁਰੂ ਕਰੀਏ। ਸੰਸਾਰ ਦੇ ਵਿੱਚ ਦੋ ਤਰ੍ਹਾਂ ਦੀ ਪ੍ਰੀਤ ਹੈ ਗੁਰੂ ਕੋਲ। ਪਿਆਰ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਪ੍ਰੀਤ ਹੁੰਦੀ ਹੈ ਇੱਕ ਅੰਗੀ, ਇੱਕ ਹੁੰਦੀ ਹੈ ਦੋ ਅੰਗੀ। ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਇੱਕ ਅੰਗੀ ਪ੍ਰੀਤ ਦੀ ਗੱਲ ਕਰਦੇ ਹੈ। ਉਹ ਕਹਿੰਦੇ ਪਿਆਰ ਦੀਵੇ ਤੇ ਪਤੰਗੇ ਦਾ ਵੀ ਹੈ, ਪਰ ਇੱਕ ਤਰਫਾ ਪਿਆਰ ਹੈ। ਕਹਿੰਦੇ ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ। ਜਦੋਂ ਦੀਵਾ ਬਲਦਾ ਨਾ ਪਤੰਗਾ ਦੌੜ ਕੇ ਆ ਜਾਂਦਾ। ਪਹਿਲਾਂ ਘੁੰਮਦਾ ਦੀਵੇ ਦੇ ਆਲੇ ਦੁਆਲੇ ਤੇ ਮੁਖ ਚੋਂ ਕੁਝ ਬੋਲਦਾ ਵੀ ਹੈ। ਇਹਦਾ ਮਹਾਂਪੁਰਖਾਂ ਨੇ ਅਰਥ ਕੀਤਾ ਹੈ। ਕਹਿੰਦੇ ਉਹ ਘੁੰਮਦਾ ਕਿਉਂ ਹੈ, ਬੋਲਦਾ ਕੀ ਹੈ? ਕਹਿੰਦੇ ਉਹ ਪਹਿਲਾਂ ਆ ਕੇ ਦੀਵੇ ਦੀ ਪਰਿਕਰਮਾ ਕਰਦਾ ਹੈ। ਬੋਲਦਾ ਕੀ ਹੈ? ਮੁਖ ਚੋਂ ਉਹਦੀ ਵਡਿਆਈ ਕਰਦਾ। ਦੀਵਿਆ ਤੇਰੇ ਵਰਗਾ ਸੋਹਣਾ, ਤੇਰੇ ਵਰਗਾ ਸੁੰਦਰ ਹੋਰ ਹੈ ਕੋਈ ਨਹੀਂ ਦੁਨੀਆ ਦੀ। ਫਿਰ ਉਹ ਦੀਵੇ ਦੀ ਲਾਈਟ ਦੇ ਉੱਤੇ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਫਿਰ ਅੱਗੋਂ ਦੀਵੇ ਨੇ ਕੀ ਕੀਤਾ? ਕਹਿੰਦੇ ਦੀਪਕੈ ਮਹਾ ਵਿਪਰੀਤ ਮਿਲੇ ਯਾਰ ਹੈ। ਦੀਵੇ ਨੇ ਪਤੰਗਾ ਆਪਣੇ ਵਿੱਚ ਲੈ ਕੇ ਸਾੜ ਕੇ ਸਵਾਹ ਕਰਤਾ। ਉਹਨੇ ਪਿਆਰ ਨਿਭਾਇਆ ਪਤੰਗੇ ਨੇ, ਤੇ ਦੀਵੇ ਨੇ ਉਹਨੂੰ ਸਾੜ ਕੇ ਸਵਾਹ ਕਰਤਾ। ਇਹ ਕਿੱਦਾਂ ਦਾ ਪਿਆਰ ਹੈ? ਪਰ ਪਤੰਗਾ ਕਹਿੰਦਾ ਮੈਨੂੰ ਆਨੰਦ ਬੜਾ ਹੈ। ਦੀਵੇ ਦੇ ਉੱਤੇ ਸੜ ਕੇ ਮੱਚ ਕੇ ਮਰਨ ਦਾ ਆਨੰਦ ਕਹਿੰਦਾ ਮੈਨੂੰ ਬੜਾ ਹੈ। ਆਪਣੇ ਪਿਆਰੇ ਦੇ ਉੱਤੋਂ ਜਿੰਦ ਵਾਰਨੀ, ਇਹ ਆਨੰਦ ਕਹਿੰਦਾ ਮੈਂ ਹੀ ਜਾਣਦਾ। ਕੋਈ ਸਮਝਾਉਣ ਲੱਗ ਗਿਆ ਦੀਵੇ ਨੂੰ, ਪਤੰਗੇ ਨੂੰ, ਦੀਵਿਆ ਪਤੰਗਿਆ ਛੱਡ ਦੀਵੇ ਦਾ ਖਹਿੜਾ, ਇਹ ਤੇ ਤੈਨੂੰ ਸਾੜ ਕੇ ਸਵਾਹ ਕਰ ਦਿੰਦਾ। ਕਿਸੇ ਕਿਹਾ ਪਰਵਾਨੇ ਨੂੰ ਸੁਣ ਜਾਰਾ, ਛੱਡ ਦੇ ਰੀਤ ਤੂੰ ਸ਼ਮਾ ਤੇ ਜਾਣ ਵਾਲੀ। ਕੋਈ ਸਮਝਾਉਣ ਵਾਲਾ ਸਮਝਾਉਂਦਾ, ਕੀ ਲੈਣਾ ਦੀਵੇ ਤੋਂ, ਸ਼ਮਾ ਤੋਂ ਕੀ ਲੈਣਾ? ਤੂੰ ਪਿਆਰ ਕਰਦਾ ਓ ਮਾਰ ਦਿੰਦੀ, ਐਸੀ ਸ਼ਮਾ ਹੈ ਪੈੜੇ ਮਾਣ ਵਾਲੀ। ਕੀ ਲੈਣਾ ਸ਼ਮਾ ਤੋਂ? ਤੂੰ ਪਿਆਰ ਨਿਭਾਉਣਾ, ਉਹ ਤੈਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਪਰਵਾਨਾ ਕੀ ਕਹਿੰਦਾ? ਸੁਣ ਕੇ ਕਿਹਾ ਪਰਵਾਨੇ ਨੇ ਸੁਣ ਯਾਰਾ, ਰੱਬ ਦੇ ਆਸ਼ਿਕਾਂ ਕੋਲ ਤੇਰੀ ਤੇ ਹੋ, ਸਿਰ ਬਾਰ ਕੇ ਪਿਆਰ ਨਿਭਾਉਣ ਵਾਲੀ। ਪਰਵਾਨਾ ਕਹਿੰਦਾ ਤੈਨੂੰ ਕੀ ਪਤਾ ਹੈ ਮੱਚ ਕੇ ਮਰਨ ਦਾ ਆਨੰਦ ਕੀ ਹੈ, ਪ੍ਰੀਤ ਨਿਭਾਉਣ ਦਾ ਪਗਾਉਣ ਦਾ ਆਨੰਦ ਕੀ ਹੈ, ਤੈਨੂੰ ਨਹੀਂ ਪਤਾ। ਅਗਲਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਐ। ਕਹਿੰਦੇ ਹਲ ਚੱਲ ਆਵਤ ਕਮਲ ਪੈਸਨੇ ਕਰ, ਕਮਲ ਸੰਪਟ ਬੰਦ ਗਹਿ ਪ੍ਰਾਣ ਪਰਹਾਰ ਹੈ। ਕਹਿੰਦੇ ਜਦੋਂ ਫੁੱਲ ਖਿੜਦਾ ਭੌਰਾ ਦੌੜ ਕੇ ਆ ਗਿਆ, ਉਹ ਫੁੱਲ ਤੇ ਬਹਿ ਜਾਂਦਾ ਤੇ ਫੁੱਲ ਦੀ ਸੁਗੰਧੀ ਲੈਂਦਾ ਲੈਂਦਾ ਇੰਨਾ ਆਨੰਦ ਵਿੱਚ ਪਹੁੰਚ ਜਾਂਦਾ ਹੈ, ਆਪਣਾ ਆਪਾ ਭੁੱਲ ਜਾਂਦਾ ਹੈ, ਉਹਨੂੰ ਉੱਡਣ ਦਾ ਚੇਤਾ ਨਹੀਂ ਰਹਿੰਦਾ, ਤੇ ਫੁੱਲ ਉਹਨੂੰ ਆਪਣੇ ਵਿੱਚ ਲੈ ਕੇ ਘੁੱਟ ਕੇ ਮਾਰ ਦਿੰਦਾ। ਇਹ ਕਿਦਾਂ ਦਾ ਪਿਆਰ? ਭੌਰੇ ਨੇ ਪ੍ਰੀਤ ਨਿਭਾਈ ਤੇ ਫੁੱਲ ਨੇ ਉਹਦੀ ਜਾਨ ਲੈ ਲਈ। ਅੱਗੇ ਫਿਰ ਤੀਸਰਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਐ। ਕਹਿੰਦੇ ਮਨ ਵਿੱਚ ਕਰਮ ਜਲ ਮੀਨ ਲਿਵਲੀਨ ਗਤ, ਵਿਛਰਤ ਰਾਖ ਨਾ ਸਕਤ ਗਹਿ ਡਾਰ ਹੈ। ਕਹਿੰਦੇ
ਕਹਿੰਦੇ ਮੱਛੀ ਦਾ ਪਾਣੀ ਨਾਲ ਪਿਆਰ ਹੈ, ਪਾਣੀ ਤੋਂ ਬਾਹਰ ਕੱਢ ਦਿਓ ਮੱਛੀ ਮਰ ਜਾਂਦੀ ਹੈ। ਪਰ ਜਿਹੜਾ ਪਾਣੀ ਹੈ ਨਾ, ਇਹ ਕਹਿੰਦੇ ਕਦੇ ਮੱਛੀ ਦੀ ਰਾਖੀ ਨਹੀਂ ਕਰਦਾ। ਲੋਕੀ ਆਉਂਦੇ ਐ, ਐਂ ਜਾਲ ਲਾ ਲੈਂਦੇ ਐ, ਪਾਣੀ ਦੇ ਵਿੱਚੋਂ ਹੀ ਮੱਛੀ ਨੂੰ ਫੜ ਕੇ ਲੈ ਜਾਂਦੇ ਐ। ਮੱਛੀ ਪਿਆਰ ਨਿਭਾਉਂਦੀ ਰਹੀ ਤੇ ਪਾਣੀ ਨੇ ਉਹਦੀ ਕੋਈ ਰਾਖੀ ਨਹੀਂ ਕੀਤੀ। ਇਹ ਹੈ ਇੱਕ ਅੰਗੀ ਪ੍ਰੀਤ। ਅਖੀਰ ਤੇ ਫਿਰ ਭਾਈ ਗੁਰਦਾਸ ਜੀ ਨੇ ਗੱਲ ਮੁਕਾਈ ਹੈ। ਉਹ ਕਹਿੰਦੇ ਐ ਦੁਖਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ ਨਾ ਟਰੈ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਭਾਈ ਸਾਹਿਬ ਕਹਿੰਦੇ ਐ ਸਿੱਖਾ, ਪਤੰਗਾ ਜਾਣਦਾ ਮੇਰਾ ਪਿਆਰ ਦੁਖਦਾਈ ਹੈ, ਭੌਰਾ ਵੀ ਜਾਣਦਾ ਮੇਰਾ ਪਿਆਰ ਦੁਖਦਾਈ ਹੈ, ਮੱਛੀ ਵੀ ਜਾਣਦੀ ਹੈ ਮੇਰਾ ਪਿਆਰ ਦੁਖਦਾਈ ਹੈ, ਪਰ ਇਹ ਫਿਰ ਵੀ ਪਿਆਰ ਨਿਭਾਉਂਦੇ ਐ। ਤੂੰ ਗੁਰੂ ਨਾਲ ਪ੍ਰੀਤ ਪਾ ਕੇ ਵੇਖ, ਗੁਰੂ ਦਾ ਸੁਭਾਅ ਦੀਵੇ ਵਰਗਾ ਨਹੀਂ, ਗੁਰੂ ਦਾ ਸੁਭਾਅ ਪਾਣੀ ਵਰਗਾ ਨਹੀਂ, ਗੁਰੂ ਦਾ ਸੁਭਾਅ ਫੁੱਲ ਵਰਗਾ ਨਹੀਂ। ਤੂੰ ਗੁਰੂ ਨਾਲ ਪਿਆਰ ਪਾ ਕੇ ਵੇਖ, ਗੁਰੂ ਤੇਰੀਆਂ ਕੋਲਾਂ ਤਾਰ ਦੂਗਾ। ਗੁਰੂ ਦਾ ਸੁਭਾਅ ਕਿਹੋ ਜਿਹਾ, ਤੂੰ ਇੱਕ ਵਾਰੀ ਯਾਦ ਕਰੇਗਾ, ਗੁਰੂ ਤੈਨੂੰ ਕਰੋੜਾਂ ਵਾਰੀ ਯਾਦ ਕਰੂਗਾ। ਇੱਕ ਕਦਮ ਚੱਲੇਗਾ, ਗੁਰੂ ਕਰੋੜਾਂ ਕਦਮ ਤੇਰੇ ਵੱਲ ਆਊਗਾ। ਇੱਕ ਵਾਰੀ ਗੁਰੂ ਨੂੰ ਯਾਦ ਕਰੇਗਾ, ਗੁਰੂ ਕਰੋੜਾਂ ਵਾਰੀ ਤੈਨੂੰ ਧਿਆਊਗਾ। ਤੂੰ ਪ੍ਰੀਤ ਪਾ ਕੇ ਵੇਖ, ਇਹਦੇ ਵਿੱਚ ਫਿਰ ਆਨੰਦ ਹੀ ਆਨੰਦ ਹੈ। ਜਿਨ੍ਹਾਂ ਨੇ ਗੁਰੂ ਨਾਲ ਪ੍ਰੀਤ ਪਾ ਕੇ ਤੋੜ ਨਿਭਾਈ, ਉਹਨਾਂ ਦੀ ਗੱਲ ਹੈ। ਜਿਨ੍ਹਾਂ ਬੰਦ ਕਟਾਏ, ਜਿਨ੍ਹਾਂ ਖੋਪਰੀਆਂ ਲਹਾਈਆਂ, ਜਿਨ੍ਹਾਂ ਤਨ ਆਰਿਆਂ ਨਾਲ ਚਰਵਾਏ, ਇਹ ਸਾਰੇ ਉਹੀ ਲੋਕ ਨੇ ਜਿਨ੍ਹਾਂ ਨੇ ਪ੍ਰੀਤ ਤੋੜ ਨਿਭਾਈ। ਤਾਂ ਹੀ ਆਪਾਂ ਇਹਨਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਆਂ। ਜਿੱਥੇ ਸਿੰਘਾਂ ਨੇ ਪ੍ਰੀਤ ਨਿਭਾਈ, ਉੱਥੇ ਯਾਦ ਕੀਤਾ ਜਾਂਦਾ ਜਿਨ੍ਹਾਂ ਸਿੰਘਣੀਆਂ ਨੇ ਪ੍ਰੀਤ ਨਿਭਾਈ। ਬੀਬੀਆਂ ਨੂੰ ਵੀ ਯਾਦ ਕੀਤਾ ਜਾਂਦਾ। ਇੱਥੇ ਬੀਬੀਆਂ ਨੇ ਵੀ ਕੁਰਬਾਨੀ ਕੀਤੀ ਹੈ। ਬੀਬੀ ਰਜਨੀ ਵਰਗੀਆਂ, ਬੀਬੀ ਅਨੂਪ ਕੌਰ ਵਰਗੀਆਂ, ਬੀਬੀ ਬਸੰਤ ਲਤਾ ਵਰਗੀਆਂ, ਜਿਨ੍ਹਾਂ ਨੇ ਗੁਰੂ ਨਾਲ ਪਾ ਕੇ ਪ੍ਰੀਤ ਤੋੜ ਨਿਭਾ ਕੇ ਵਿਖਾਈ। ਆਪਾਂ ਅਰਦਾਸ ਵਿੱਚ ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਕਲਗੀਧਰ ਜੀ ਦਾ ਸਮਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਹਜੂਰ ਬਰਾਜਦੇ ਐ। ਬੜੀ ਦੂਰੋਂ ਚੱਲ ਕੇ ਸੰਗਤਾਂ ਨੇ ਆਉਣਾ। ਕਾਬਲ, ਕੰਧਾਰ, ਗਜਨੀ, ਇਧਰ ਉਜੈਨ ਤੱਕ ਸੰਗਤਾਂ ਆਉਂਦੀਆਂ। ਉਜੈਨ ਦਾ ਕੋਈ ਪਰਿਵਾਰ ਚੱਲਿਆ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ। ਪੂਰਾ ਪਰਿਵਾਰ, ਉਹਨਾਂ ਦੇ ਬੱਚੇ ਨਾਲ ਨੇ। ਇੱਕ ਉਹਨਾਂ ਦੀ ਲੜਕੀ ਹੈ 12-13 ਸਾਲ ਦੀ, ਉਹਦਾ ਨਾਮ ਹੈ ਗੁਰਮੁਖੋ ਬਸੰਤ ਲਤਾ। ਚੱਲਦੇ ਕਲਗੀਧਰ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦੇ। ਦਰਸ਼ਨ ਕੀਤੇ, ਭੇਟਾ ਰੱਖ ਕੇ ਮੱਥਾ ਟੇਕਤਾ। ਹਜੂਰ ਸਭ ਨੂੰ ਆਸ਼ੀਰਵਾਦ ਬਖਸ਼ਦੇ ਐ। ਉਹ ਜਿਹੜੀ ਬੱਚੀ ਸੀ ਨਾ ਛੋਟੀ, ਜਿਹਦਾ ਨਾਮ ਹੈ ਬਸੰਤ ਲਤਾ, ਉਹਨੇ ਫਿਰ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ। ਉਮਰ ਭਾਵੇਂ ਨਿਆਣੀ ਹੈ, ਉਹਨੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਆ ਮੇਰਾ ਮਨ ਹੈ ਨਾ ਜਿਹੜਾ, ਇਹ ਮੇਰੇ ਕਹਿਣੇ 'ਚ ਆ ਜਾ। ਆਪਾਂ ਸਾਰੇ ਮਨ ਦੇ ਪਿੱਛੇ ਲੱਗੇ ਤੁਰੇ ਫਿਰਦੇ ਆਂ। ਇਹ ਮਨ ਮੇਰੇ ਵੱਸ ਵਿੱਚ ਆ ਜਾਣਾ ਚਾਹੀਦਾ ਹੈ। ਮੇਰੇ ਮਨ ਨੂੰ ਕਈ ਰੋਗ ਲੱਗੇ ਐ, ਈਰਖਾ, ਦਵੈਸ਼, ਕਾਮ, ਕ੍ਰੋਧ, ਮੋਹ, ਲੋਭ, ਹੰਕਾਰ। ਰਹਿਣ ਦੇ ਬੰਦ ਕਰ ਦੇ, ਕੋਈ ਗੱਲ ਨਹੀਂ, ਉਹ ਚੱਲੀ ਜਾਂਦਾ, ਬੰਦ ਕਰ ਦੇ, ਬਹਿ ਕੇ ਸੁਣੋ। ਬੀਬੀ ਬਸੰਤ ਲਤਾ ਫਿਰ ਸਾਰੀ ਗੱਲ ਦੱਸਦੀ ਹੈ, ਮਹਾਰਾਜ ਆ ਜਿਹੜੀ ਮੇਰੇ ਮਨ ਨੂੰ ਬਿਮਾਰੀ ਲੱਗੀ ਹੈ, ਗੁਰੂ ਕਿਰਪਾ ਕਰਿਓ ਜੀ। ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ, ਕਰਿਓ ਜੀ। ਇਹ ਮਨ ਨਹੀਂ ਮੰਨਦਾ
ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਗੁਰ ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਗੁਰ ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਗੁਰ ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਚੋਰਾਂ ਤੇ ਠੱਗਾਂ ਇਹ ਮੇਰੀ ਮਨ ਦੀ ਯਾਰੀ ਕਾਮ ਕ੍ਰੋਧ ਮੋਹ ਲੋਭ ਹੰਕਾਰ ਨਾਲ ਪਈ ਹੋਈ ਹੈ। ਇਹ ਚੋਰ ਠੱਗੇ ਨੇ ਮਿੱਤਰ ਬਣਾ ਲਏ ਆਪਦੇ। ਇਹ ਮੇਰਾ ਮਨ ਇਹਨਾਂ ਨਾਲ ਹੀ ਰਹਿੰਦੇ ਹਰ ਸਮੇਂ। ਚੋਰਾਂ ਤੇ ਠੱਗਾਂ ਨਾਲ ਹੋ ਗਿਆ ਇਸ ਦਾ ਉੱਠਣਾ ਬਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਗੁਰ ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਸਤ ਸੰਗਤ ਕਰਦਾ ਨਾਏ ਉੱਠਦਾ ਅੰਮ੍ਰਿਤ ਵੇਲੇ। ਸੰਗਤ ਕਰਦਾ ਨਾਏ ਉੱਠਦਾ ਅੰਮ੍ਰਿਤ ਵੇਲੇ। ਸਤ 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 ਸੰਗਤ ਕਰਦਾ ਨਾਏ ਉੱਠਦਾ ਅੰਮ੍ਰਿਤ ਵੇਲੇ। ਆ ਮੇਰੇ ਮਨ ਨੂੰ ਬਿਮਾਰੀਆਂ ਲੱਗੀਆਂ, ਇਹਨੂੰ ਸੰਗਤ ਨਹੀਂ ਚੰਗੀ ਲੱਗਦੀ। ਨਾ ਇਹ ਅੰਮ੍ਰਿਤ ਵੇਲੇ ਉੱਠ ਕੇ ਰਾਜੀ ਹੈ। ਇਹਨੇ ਠੱਗੀਆਂ ਤੇ ਲੱਕ ਬੰਨੇ ਮੇਰੇ ਮਨ ਨੇ। ਛੱਡ ਨਾਮ ਵਾਹਿਗੁਰੂ ਦਾ, ਇਕੱਠੇ ਕਰਦੇ ਰੁਪਈਏ ਤੇਲੇ। ਨਾਮ ਵਾਹਿਗੁਰੂ ਦਾ, ਇਕੱਠੇ ਕਰਦੇ ਰੁਪਈਏ ਤੇਲੇ। ਛੱਡ ਨਾਮ ਵਾਹਿਗੁਰੂ ਦਾ, ਇਕੱਠੇ ਕਰਦਾ 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 ਰੁਪਈਏ ਤੇਲੇ। ਸਭ ਲੋਕੀ ਵੇਖਣਗੇ ਇਹ ਮਨ ਨਹੀਂ ਮੰਨਦਾ ਮੇਰਾ ਵੀ ਕਦੇ ਮਰ ਵੀ ਜਾਣਾ ਹੈ। ਇਹ ਭੁੱਲਿਆ ਮੌਤ ਨੂੰ। ਸਭ ਲੋਕੀ ਵੇਖਣਗੇ ਝੂਠਾ ਬੁਰਜ ਇਸ ਦਾ ਟਹਿਣਾ। ਕਿਰਪਾ ਕਰਿਓ ਜੀ, ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ।
ਨਹੀਂ ਮੰਨਦਾ ਮੇਰਾ ਕਹਿਣਾ, ਗੁਰ ਕਿਰਪਾ ਕਰਿਓ ਜੀ। ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ, ਗੁਰ ਕਿਰਪਾ ਕਰਿਓ ਜੀ। ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ, ਗੁਰ ਕਿਰਪਾ ਕਰਿਓ ਜੀ। ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਨਾ ਦੇਸ਼ ਨਾ ਧਰਮ ਲਈ ਨਾ ਦੇਸ਼ ਨਾ ਧਰਮ ਲਈ ਕਰ ਸਕਦਾ ਏ ਕੋਈ ਕੁਰਬਾਨੀ। ਦੇਸ਼ ਨਾ ਧਰਮ ਲਈ ਕਰ ਸਕਦਾ ਏ ਕੋਈ ਕੁਰਬਾਨੀ। ਇਹ ਦੇਸ਼ ਨਾ ਧਰਮ ਲਈ ਨਾ ਇਹ ਕਰ ਸਕਦਾ ਕੁਰਬਾਨੀ। ਦੇਸ਼ ਨਾ ਧਰਮ ਲਈ ਨਾ ਇਹ ਕਰ ਸਕਦਾ ਕੁਰਬਾਨੀ। ਨਾ ਇਹ ਕਰ ਸਕਦਾ ਕੁਰਬਾਨੀ। ਨਾ ਦੇਸ਼ ਨਾ ਧਰਮ ਲਈ ਨਾ ਇਹ ਕਰ ਸਕਦਾ ਕੁਰਬਾਨੀ। ਪਾਪੀ ਮਨ ਮੇਰਾ ਪਾਪੀ ਮਨ ਮੇਰਾ ਕਰਦਾ ਫਿਰਦਾ ਏ ਮਨ ਮਾਨੀ। ਮੇਰਾ ਕਰਦਾ ਫਿਰਦਾ ਏ ਮਨ ਮਾਨੀ। ਪਾਪੀ ਮਨ ਮੇਰਾ ਏ ਕਰਦਾ ਫਿਰਦਾ ਏ ਮਨ ਮਾਨੀ। ਪਾਪੀ ਮਨ ਮੇਰਾ ਏ ਕਰਦਾ ਫਿਰਦਾ ਏ ਮਨ ਮਾਨੀ। ਪਾਪੀ ਮਨ ਮੇਰਾ ਏ ਕਰਦਾ ਫਿਰਦਾ ਏ ਮਨ ਮਾਨੀ। ਪਾਪੀ ਮਨ ਮੇਰਾ ਏ ਕਰਦਾ ਫਿਰਦਾ ਏ ਮਨ ਮਾਨੀ। ਕੁਝ ਸਮਝ ਨਾ ਪੈਂਦੀ ਸਮਝ ਨਾ ਪੈਂਦੀ ਏ ਕਰਦਾ ਫਿਰਦਾ ਕੀ ਕਲੈਣਾ। ਕਿਰਪਾ ਕਰਿਓ ਜੀ ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਗੁਰ ਕਿਰਪਾ ਕਰਿਓ ਜੀ ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਗੁਰ ਕਿਰਪਾ ਕਰਿਓ ਜੀ ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਗੁਰ ਕਿਰਪਾ ਕਰਿਓ ਜੀ ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਗੁਰ ਕਿਰਪਾ ਕਰਿਓ ਜੀ ਇਹ ਮਨ ਨਹੀਂ ਮੰਨਦਾ ਮੇਰਾ ਕਹਿਣਾ। ਏਦਾਂ 12-13 ਸਾਲ ਦੀ ਲੜਕੀ ਬੀਬੀ ਬਸੰਤ ਲਤਾ ਕਲਗੀਧਰ ਜੀ ਦੇ ਚਰਨਾਂ 'ਚ ਬੇਨਤੀ ਕਰਦੀ। ਉਹਨੇ ਆਪਣੇ ਮਨ ਦੀਆਂ ਸਾਰੀਆਂ ਬਿਮਾਰੀਆਂ ਦੱਸੀਆਂ। ਕਲਗੀਧਰ ਜੀ ਖੁਸ਼ ਹੋ ਗਏ ਉਹਦੀਆਂ ਗੱਲਾਂ ਸੁਣ। ਇਹ ਰੋਗ ਗੁਰਮੁਖੋ ਸਾਨੂੰ ਸਾਰਿਆਂ ਨੂੰ ਲੱਗੇ ਐ, ਹਉਮੈ ਦਾ, ਕਾਮ ਕ੍ਰੋਧ ਦਾ। ਪਰ ਮਨ ਦਾ ਕੋਈ ਵੀ ਨਹੀਂ ਬਈ ਮੈਨੂੰ ਕਾਮ ਦਾ ਵੀ ਰੋਗ ਹੈ, ਮੈਨੂੰ ਕ੍ਰੋਧ ਦਾ ਵੀ ਰੋਗ ਹੈ, ਮੇਰੇ ਵਰਗਾ ਤੇ ਮਾੜਾ ਕੋਈ ਨਹੀਂ। ਮੰਨਣ ਨੂੰ ਕੋਈ ਨਹੀਂ ਤਿਆਰ। ਤੇ ਜਿੰਨਾ ਚਿਰ ਬੰਦਾ ਮੰਨਦਾ ਹੀ ਨਹੀਂ ਰੋਗ, ਰੋਗੀ ਖੁਦ ਨਾ ਮੰਨੇ ਵੀ ਮੈਂ ਰੋਗੀ ਆ, ਉਹਦਾ ਇਲਾਜ ਕੀ ਹੋਊਗਾ? ਇਹ ਹਉਮੈ ਦਾ ਰੋਗ ਆਪਾਂ ਨੂੰ ਬੜੇ ਚਿਰ ਦਾ ਲੱਗਿਆ। ਹਜੂਰ ਕਹਿੰਦੇ ਐ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਇੱਥੇ ਜਨਮ ਸ਼ਬਦ 2 ਵਾਰੀ ਆ ਗਿਆ। ਇਹ ਤੋਂ ਭਾਵ ਕਿ ਬਾਹਲਿਆਂ ਜਨਮਾਂ ਦੀ ਤੈਨੂੰ ਮੈਲ ਲੱਗੀ। ਇਹ ਤੋਂ ਭਾਵ ਕਿ ਆਹ ਜਨਮ ਤੋਂ ਪਹਿਲਾਂ ਤੇਰੇ ਹੋਰ ਵੀ ਜਨਮ ਹੋਏ ਆ, ਤੂੰ ਹੋਰ ਜਨਮਾਂ ਵਿੱਚ ਵੀ ਲੰਘਿਆ ਹੋਇਆ। ਤੇਰਾ ਤਨ ਬਦਲਦਾ ਰਿਹਾ ਹੈ, ਮਨ ਤੇਰਾ ਉਹੀ ਹੈ, ਤੇ ਹਉਮੈ ਦਾ ਰੋਗ ਤੇਰੇ ਮਨ ਨੂੰ ਲੱਗਿਆ ਗਿਆ। ਇੱਕ ਪਿੰਡ ਦਾ ਕੁੱਤਾ ਦੂਜੇ ਪਿੰਡ ਦੇ ਕੁੱਤੇ ਨੂੰ ਵੜਨ ਨਹੀਂ ਦਿੰਦਾ, ਇੰਨਾ ਅਧਿਕਾਰ ਸਮਝਦਾ ਹੈ। ਆਪਾਂ ਵੀ ਲੰਘੇ ਆ ਇਸ ਜਨਮ ਵਿੱਚ ਹੀ, ਤਾਂ ਹੀ ਆਪਾਂ ਇਲਾਕੇ ਵੰਡੀ ਫਿਰਦੇ ਆ। ਲੀਡਰਾਂ ਨੇ ਵੀ ਇਲਾਕੇ ਵੰਡੇ,
ਧਾਰਮਿਕ ਲੋਕਾਂ ਨੇ ਵੀ ਇਲਾਕੇ ਬਣੇ ਆ ਮੇਰਾ ਇਲਾਕਾ। ਇੱਕ ਟਾਹਣੀ ਤੇ ਬੈਠੇ ਪੰਛੀ ਦੂਜੇ ਨੂੰ ਬਹਿਣ ਨਹੀਂ ਦਿੰਦੇ ਹੁੰਦੇ। ਕਿੰਨੀ ਪਕੜ ਹੈ ਉਹਨਾਂ 'ਚ। ਆਪਾਂ ਵੀ ਲੰਘੇ ਆ ਇਸ ਜੂਨ ਵਿੱਚ। ਇੱਕ ਖੁਰਲੀ ਤੇ ਬੰਨੀਆਂ ਮੱਝਾਂ, ਕਿਤੇ ਇੱਕ ਦਾ ਸੰਗਲ ਜੇ ਢਿੱਲਾ ਰਹਿ ਗਿਆ ਨਾ, ਉਹਨੇ ਆਪਦੇ ਪੱਠੇ ਖਾਣੇ ਹੀ ਨਹੀਂ, ਉਹ ਨਾਲ ਦੀ ਦੇ ਖਾਊਗਾ। ਇਹ ਪਰਾਇਆ ਹੱਕ ਖਾਣ ਦੀ ਲਾਲਸਾ ਇਹ ਸਾਡੇ ਅੰਦਰ ਉਦੋਂ ਦੀ ਤੁਰੀ ਹੋਈ ਹੈ ਜਦੋਂ ਤੂੰ ਇਹਨਾਂ ਜੂਨਾਂ 'ਚ ਸੀ, ਕਿਉਂਕਿ ਮਨ ਉਦੋਂ ਵੀ ਇਹੀ ਸੀ ਤੇਰੇ ਕੋਲ। ਤੇ ਹਉਮੈ ਦਾ ਰੋਗ ਇਹਨੂੰ ਕਦੋਂ ਕਦਾ ਲੱਗਿਆ? ਹਜੂਰ ਬਾਣੀ 'ਚ ਕਹਿੰਦੇ ਐ, ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹਉਮੈ ਪਾਈ। ਜਦੋਂ ਰੱਬ ਨੇ ਤੇਰਾ ਵਜੂਦ ਘੜਿਆ, ਤੇਰੀ ਘਾੜਤ ਘੜੀ ਜਦੋਂ, ਹਉਮੈ ਦਾ ਰੋਗ ਤੈਨੂੰ ਉਦੋਂ ਦਾ ਹੀ ਮਿਲ ਗਿਆ। ਇਹ ਹਰ ਜਨਮ ਵਿੱਚ ਵੱਧਦਾ ਹੀ ਗਿਆ। ਇਸ ਕਰਕੇ ਤੇਰਾ ਮਨ ਰੂਪੀ ਕੱਪੜਾ ਮਹਾਰਾਜ ਕਹਿੰਦੇ ਏ ਕਾਲਾ ਹੋਆ ਸਵਾਹੋ, ਐਨ ਬਿਲਕੁਲ ਹੀ ਕਾਲਾ ਹੋ ਗਿਆ। ਜਿਵੇਂ ਇੱਕ ਕੱਪੜਾ ਆਪਾਂ ਅੱਜ ਪਾ ਲਈਏ, ਕੱਲ ਨੂੰ ਫੇਰ ਪਾ ਲਿਓ, ਪਰਸੋਂ ਨੂੰ ਫੇਰ ਪਾ ਲਿਓ, ਫਿਰ ਕੱਪੜੇ ਤੇ ਮੈਲ ਦਿਸਦੀ ਹੈ। ਜੇ ਮਹੀਨਾ ਲਾਈਏ ਹੀ ਨਾ ਇੱਕੋ ਹੀ ਝੱਗਾ, ਫਿਰ ਉੱਥੇ ਕੱਪੜਾ ਨਹੀਂ ਦਿਸਣਾ, ਫਿਰ ਮੈਲ ਹੀ ਦਿਸੂਗੀ, ਕੱਪੜਾ ਤੇ ਲੱਭਦਾ ਹੀ ਨਹੀਂ। ਤੇਰਾ ਮਨ ਰੂਪੀ ਕੱਪੜਾ ਇੰਨਾ ਮੈਲਾ ਹੈ, ਜਿਹਦੇ ਵੀ ਕੋਲ ਬੈਠਾਂਗੇ ਨਾ ਬੰਦਾ ਨਹੀਂ ਲੱਭਦਾ ਉੱਥੇ। ਕ੍ਰੋਧ ਦੀ ਦਰਸ਼ਨ ਹੁੰਦੇ। ਕਿਸੇ ਦੇ ਕੋਲੇ ਹੋ ਕੇ ਬਹਿ ਜਾਓ, ਬੰਦਾ ਤੇ ਲੱਭਣਾ ਹੀ ਨਹੀਂ, ਤੈਨੂੰ ਮੋਹ ਹੀ ਦਿਸੂਗਾ, ਤੈਨੂੰ ਕਾਮ ਹੀ ਦਿਸੂਗਾ, ਤੈਨੂੰ ਹੰਕਾਰ ਹੀ ਨਜ਼ਰ ਆਊਗਾ, ਬੰਦਾ ਤੇ ਲੱਭਣਾ ਹੀ ਨਹੀਂ। ਇੰਨੇ ਰੋਗ ਸਾਡੇ ਮਨ ਨੂੰ ਲੱਗੇ ਐ, ਤੇ ਮੰਨਦਾ ਕੋਈ ਵੀ ਨਹੀਂ। ਜੇ ਮੰਨ ਜਾਏਗਾ ਨਾ ਗੁਰੂ ਅੱਗੇ ਆ ਕੇ, ਫਿਰ ਤੇਰਾ ਇਲਾਜ ਹੋ ਜਾਊਗਾ। ਅਜੇ ਬਚਪਨ ਦਾ ਹੀ ਸਮਾਂ ਬਸੰਤ ਲਤਾ ਦਾ ਉਹਨੇ ਇਹੋ ਜਿਹੇ ਬਚਨ ਕੀਤੇ, ਕਲਗੀਧਰ ਜੀ ਬਹੁਤੇ ਖੁਸ਼ ਹੋਏ। ਧੀਏ, ਇਹ ਮਨ ਦੀ ਸਫਾਈ, ਇਹ ਭਗਤੀ ਨਾ ਬੰਦਗੀ ਨਾ ਹੁੰਦੀ ਹੈ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ। ਇਹ ਮਨ ਨੂੰ ਲੱਗੀ ਮੈਲ, ਇਹ ਨਾਮ ਰੂਪੀ ਸਾਬਣ ਨਾ ਲਊਗੀ। ਇਹ ਸਾਬਣ ਤੈਨੂੰ ਆਪ ਹੀ ਲਾਉਣਾ ਪੈਣਾ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਤੋਂ। ਕੱਪੜਿਆਂ ਨੂੰ ਮੈਲ ਲੱਗਦੀ ਹੈ, ਤੇ ਸਾਬਣ ਵੀ ਤੇਰੇ ਕੋਲ ਹੈ, ਲਾਉਣਾ ਤੇ ਤੈਨੂੰ ਪਊਗਾ। ਇਸੇ ਤਰ੍ਹਾਂ ਮਨ ਰੂਪੀ ਕੱਪੜੇ ਨੂੰ ਲੱਗੀ ਮੈਲ, ਨਾਮ ਦੇ ਸਾਬਣ ਨਾ ਤੈਨੂੰ ਆਪ ਹੀ ਧੋਣੀ ਪੈਣੀ ਹੈ। ਤੈਨੂੰ ਨਾਮ ਜਪਣਾ ਪਊਗਾ, ਫਿਰ ਇਹ ਹੌਲੀ 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 ਮਨ ਰੂਪੀ ਕੱਪੜੇ ਤੋਂ ਮੈਲ ਲੈਂਦੀ ਹੈ। ਇਹਨੂੰ ਕਹਿੰਦੇ ਆ ਮਲ ਦੋਸ਼। ਵਿਚਾਰ ਸਾਗਰ ਦੇ ਕਰਤਾ ਸਵਾਮੀ ਨਿਸ਼ਚਲ ਦਾਸ ਮਹਾਰਾਜ, ਉਹ ਮੰਨਦੇ ਐ, ਕਹਿੰਦੇ ਮਨ ਨੂੰ ਕਿਹੜੇ ਰੋਗ ਲੱਗਦੇ ਆ? ਪਹਿਲਾ ਮਲ ਦੋਸ਼ ਹੈ, ਦੂਜਾ ਅਵਰਣ, ਤੀਜਾ ਵਿਖੇਪ। ਇਹ ਤਿੰਨੇ ਰੋਗ ਜਦੋਂ ਲੈ ਜਾਂਦੇ ਐ, ਫਿਰ ਨਾਮ ਦਾ ਸੌਦਾ, ਫਿਰ ਨਾਮ ਤੇਰੇ ਉੱਤੇ ਅਸਰ ਕਰਦਾ ਹੈ। ਜਿਵੇਂ ਆਪਾਂ ਪਰਹੇਜ ਕਰੀਏ ਕੋਈ ਨਾ, ਤੇ ਡਾਕਟਰ ਦੀਆਂ ਦਵਾਈਆਂ ਕੀ ਕਰ ਲੈਣਗੀਆਂ? ਵਧੀਆ ਦਵਾਈ ਲਿਆਇਓ ਡਾਕਟਰ ਤੋਂ, ਖੰਘ ਦੀ ਦਵਾਈ ਲਿਆਓ, ਤੇ ਘਰੇ ਆਉਣ ਸਾਰੀ ਖਾ ਜੀ ਪਕੌੜੇ, ਫਿਰ ਵੇਖੀ ਬਣਦਾ ਕੀ ਆ? ਡਾਕਟਰ ਕੀ ਕਰੂਗਾ? ਕੋਈ ਹਾਰਟ ਦਾ ਮਰੀਜ਼ ਇੱਥੇ ਹਨੂਮਾਨਗੜ੍ਹ ਤੋਂ ਜਾ ਕੇ ਲਿਆਉਂਦਾ ਦਵਾਈ, ਤੇ ਘਰੇ ਆ ਕੇ ਘਰ ਵਾਲੀ ਨੂੰ ਕਹਿੰਦਾ ਵੀ ਪਕੌੜੇ ਬਣਾ। ਫਿਰ ਉਹਦੇ ਘਰ ਦੇ ਪਾਠੀ ਨੂੰ ਪਹਿਲਾਂ ਹੀ ਕਹਿ ਦੇਣ ਵੀ ਸਹਿਜ ਪਾਠ ਦੀ ਤਿਆਰੀ ਹੋਈ ਆ। ਸਤਨਾਮ, ਤੇਰਾ 3 ਲੱਖ ਦਾ ਆਪਰੇਸ਼ਨ ਕੀ ਕਰੂਗਾ ਹਾਰਟ ਦਾ? ਫਿਰ ਭਾਈ ਜੀ ਨੂੰ ਪਹਿਲਾਂ ਹੀ ਕਹਿ ਦਿਓ ਬਈ ਹੁਣ ਕਰ ਲਾ ਤਿਆਰੀ, ਬਸ ਸਹਿਜ ਪਾਠ ਦੀ। ਤੇਰਾ 2 ਲੱਖ 2.5 ਲੱਖ ਲੱਗਿਆ, ਕੀ ਕਰੂਗਾ ਜੇ ਤੂੰ ਪਰਹੇਜ ਨਾ ਕੀਤਾ? ਇਸੇ ਤਰ੍ਹਾਂ ਤੇਰਾ ਨਾਮ ਜਪਿਆ ਕੀ ਕਰੂਗਾ ਜੇ ਤੇਰਾ ਅੱਖਾਂ ਤੇ ਕੰਟਰੋਲ ਨਹੀਂ, ਤੇਰਾ ਕੰਨਾਂ ਤੇ ਕੰਟਰੋਲ ਨਹੀਂ, ਤੇਰਾ ਜੀਭ ਤੇ ਕੰਟਰੋਲ ਨਹੀਂ, ਤੇਰਾ ਹੱਥਾਂ ਦਾ ਪਰਹੇਜ ਨਹੀਂ ਤੂੰ ਕੀਤਾ, ਪੈਰਾਂ ਦਾ ਪਰਹੇਜ ਨਹੀਂ ਕੀਤਾ, ਫਿਰ ਨਾਮ ਦੀ ਦਵਾਈ ਵੀ ਕੀ ਕਰੂਗੀ? ਇਹ ਮੱਤ ਪਾਪਾਂ ਨਾਲ ਭਰੀ ਹੋਈ ਹੈ।
ਹਜੂਰ ਫਿਰ ਨਾਮ ਜਪਣ ਦਾ ਢੰਗ ਬਸੰਤ ਲਤਾ ਨੂੰ ਦੱਸਦੇ ਐ। ਲੈ ਧੀਏ ਐਂ ਭਗਤੀ ਕਰੀ ਦੀਏ, ਮਲ ਬਖੇਪ ਅਵਰਨ ਤਿੰਨੇ ਦੋਸ਼ ਤੇਰੇ ਚ ਹੈ ਹੀ ਨਹੀਂ। ਤੂੰ ਥੋੜਾ ਵੀ ਨਾਮ ਦੀ ਕਮਾਈ ਕਰੇਂਗੀ, ਅਸਰ ਬਹੁਤਾ ਹੋਗਾ। ਕਲਗੀਧਰ ਜੀ ਨੇ ਤਰੀਕਾ ਦੱਸਤਾ। ਇਹ ਫਿਰ ਲੜਕੀ ਬੰਦਗੀ ਕਰਦੀ ਹੈ, ਇਹਦਾ ਪਰਿਵਾਰ ਚਲਿਆ ਗਿਆ ਵਾਪਸ। ਉਹ ਕਹਿੰਦੀ ਮੈਂ ਤਾਂ ਇੱਥੇ ਹੀ ਰਹਿਣਾ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ, ਮੇਰਾ ਮਨ ਲੱਗ ਗਿਆ ਇੱਥੇ। ਮੈਂ ਸੇਵਾ ਕਰਕੇ ਸਿਮਰਨ ਕਰਕੇ ਜ਼ਿੰਦਗੀ ਸਫਲ ਕਰਨੀ ਹੈ। ਸਮਾਂ ਬੀਤਦਾ ਗਿਆ, ਜਵਾਨੀ ਦੀ ਅਵਸਥਾ ਆ ਗਈ। ਇਹ ਕਈ ਘੰਟੇ ਸਿਮਰਨ ਵਿੱਚ ਜੁੜ ਕੇ ਬੈਠੀ ਰਹਿੰਦੀ ਹੈ। ਸੁਰਤ ਦਾ ਟਿਕਾ ਜਦੋਂ ਬਣਦਾ ਹੈ ਨਾ, ਉਹ ਆਨੰਦ ਕੁਝ ਲੈਦਾ ਹੀ ਹੁੰਦਾ ਹੈ। ਸੁਰਤ ਦਾ ਟਿਕ ਜਾਣਾ, ਟਿਕਾਓ ਅਵਸਥਾ, ਉਹ ਹੁੰਦੀ ਹੈ ਸਮਾਧੀ। ਸਮਾ ਜਾਣਾ ਧੀ ਬੁੱਧੀ। ਜਦੋਂ ਬੁੱਧੀ ਤੇਰੀ ਨਿਰੰਕਾਰ ਵਿੱਚ ਸਮਾ ਗਈ, ਉਹਦਾ ਨਾਮ ਹੈ ਸਮਾਧੀ। ਜਦੋਂ ਡਾਕਟਰ ਸਾਡਾ ਆਪਰੇਸ਼ਨ ਕਰਦੇ ਆ ਨਾ, ਸਾਡੇ ਸਰੀਰ ਵਿੱਚ ਇੱਕ ਰੁਦਰਕਸ਼ ਨਾੜੀ ਹੁੰਦੀ ਹੈ। ਉਹ ਟੀਕਾ ਲਾ ਕੇ ਬੰਦੇ ਨੂੰ ਸੁੰਨ ਕਰ ਦਿੰਦੇ ਆ, ਆਪਾਂ ਕਹਿੰਦੇ ਆ। ਉਹ ਆਪਰੇਸ਼ਨ ਕਰੀ ਜਾਂਦੇ ਆ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਬੰਦਾ ਕਹਿੰਦੇ ਸੁੰਨ ਹੋ ਗਿਆ। ਤੇ ਸ਼ਬਦ ਦੇ ਜਰੀਏ ਵੀ ਗੁਰਮੁਖੋ ਸੁੰਨ ਚ ਚਲੇ ਜਾਈਦੇ। ਜਦੋਂ ਸਵਾਸ ਰੁਦਰਕਸ਼ ਨਾੜੀ ਵਿੱਚ ਪਹੁੰਚਦੇ ਐ, ਉਦੋਂ ਭਾਵੇਂ ਸਰੀਰ ਨੂੰ ਕੋਈ ਕੱਟੀ ਜਾਵੇ, ਭਾਵੇਂ ਵੱਢੀ ਜਾਵੇ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਖਨੀ ਕਿੰਨਾ ਕੁ ਸਮਾਂ ਲੰਘ ਗਿਆ। ਜਿਹੜਾ ਕਈ ਘੰਟੇ ਕਈ ਮਹੀਨਿਆਂ ਤੱਕ ਗੁਰਮੁਖ ਲੋਕ ਆਏ ਸਮਾਧੀਆਂ ਲਾ ਕੇ ਬੈਠੇ ਰਹਿੰਦੇ ਆ ਨਾ, ਉਹ ਆਹੀ ਸਟੇਜਾਂ ਹੁੰਦੀਆਂ। ਕਈ ਦਿਨ ਵੀ ਮਹਾਂਪੁਰਖ ਬਹਿ ਜਾਂਦੇ ਆ। ਸੰਤ ਮਹਾਰਾਜ ਮਸਤੂਆਣੇ ਵਾਲਿਆਂ ਨੇ 1 ਸਾਲ ਚੌਂਕੜਾ ਲਾ ਲਿਆ ਸੀ। ਹੁਣ ਤੁਸੀਂ ਕਹੋਗੇ ਐਂ ਕਿਵੇਂ ਹੋ ਜੂ? ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਨਾਨਕਸਰ ਵਾਲਾ, ਪਤਾ ਨਹੀਂ ਕਿੰਨੇ ਕੁ ਦਿਨਾਂ ਦੇ ਚੌਂਕੜੇ ਆਈ ਲਾ ਲੈਂਦੇ ਆ। ਉਹ ਆਹੀ ਸਟੇਜਾਂ ਹੁੰਦੀਆਂ। ਇਹ ਲੜਕੀ ਬਸੰਤ ਲਤਾ ਇਸ ਆਨੰਦ ਤੱਕ ਪਹੁੰਚ ਗਈ। ਉਹਦੀ ਸੁਰਤ ਉੱਚੀਆਂ ਮੰਡਲਾਂ ਤੱਕ ਉਡਾਰੀਆਂ ਮਾਰਦੀ ਹੈ। ਉਹਦੇ ਘਰ ਦੇ ਉਹਨੂੰ ਲੈਣ ਆ ਗਏ, ਕਹਿੰਦੇ ਜੀ ਸਾਡੀ ਲੜਕੀ ਹੁਣ ਜਵਾਨ ਹੈ, ਅਸੀਂ ਇਹਦੀ ਸ਼ਾਦੀ ਕਰਨੀ ਹੈ, ਮਹਾਰਾਜ ਲੈ ਜਾਈਏ। ਸਤਿਗੁਰ ਕਹਿੰਦੇ ਲੈ ਜਾਓ। ਤੇ ਬਸੰਤ ਲਤਾ ਕਹਿੰਦੀ ਹੁਣ ਮੈਂ ਪਿੰਡ ਨਹੀਂ ਜਾਣਾ, ਹੁਣ ਮੈਂ ਸ਼ਾਦੀ ਆ ਸੰਸਾਰੀ ਮੋਹ ਜਾਲ ਦੇ ਵਿੱਚ ਨਹੀਂ ਮੈਂ ਪੈਣਾ। ਮੈਨੂੰ ਪਤਾ ਹੈ ਇਸ ਮੋਹ ਜਾਲ 'ਚ ਜਿਹੜਾ ਪੈ ਗਿਆ ਨਾ, ਉਹ ਬਚਦਾ ਨਹੀਂ ਹੁੰਦਾ। ਪੰਕ ਜੋ ਮੋਹ ਪਗ ਨਹੀਂ ਚੱਲੇ, ਹਮ ਦੇ ਖਾਤੇ ਡੁੱਬੀ ਹਲੇ। ਉਹ ਡੁੱਬਦਾ ਹੀ ਡੁੱਬਦਾ ਹੁੰਦਾ। ਮੈਨੂੰ ਪਤਾ ਲੱਗ ਗਿਆ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਡੁੱਬਦੇ ਵੇਖੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਉਹ ਤਾਂ ਡੁੱਬਦੇ ਹੀ ਡੁੱਬਦੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਉਹ ਕਹਿੰਦੀ ਮਹਾਰਾਜ ਮੈਂ ਘਰ ਨਹੀਂ ਜਾਣਾ ਹੁਣ। ਸਤਿਗੁਰ ਕਹਿੰਦੇ ਧੀਏ ਗ੍ਰਸਤ ਮਾਰਗ ਕੋਈ ਮਾੜਾ ਨਹੀਂ, ਇਹ ਉੱਤਮ ਮਾਰਗ ਹੈ। ਸਹਿਜ ਸੁਭਾਏ ਬੰਦਾ ਸਹਿਜ ਅਵਸਥਾ ਤੱਕ ਚਲਿਆ ਜਾਂਦਾ ਹੈ।
ਜਿਹੜਾ ਫਕੀਰੀ ਦਾ ਰਾਹ ਇਹ ਬੜਾ ਔਖਾ ਹੈ। ਤੂੰ ਅਜੇ ਤੇਰੀ ਨਿਆਣੀ ਉਮਰ ਹੈ, ਫਕੀਰੀ ਦਾ ਘਰ ਬੜਾ ਦੂਰ ਹੈ। ਤੇਰੀ ਉਮਰ ਨਿਆਣੀ ਹੈ, ਔਖੀ ਮੰਜ਼ਿਲ ਫਕੀਰਾਂ ਵਾਲੀ। ਉਮਰ ਨਿਆਣੀ ਹੈ, ਔਖੀ ਮੰਜ਼ਿਲ ਫਕੀਰਾਂ ਵਾਲੀ। ਤੇਰੀ ਉਮਰ ਨਿਆਣੀ ਹੈ, ਔਖੀ ਮੰਜ਼ਿਲ ਫਕੀਰਾਂ ਵਾਲੀ। ਉਮਰ ਨਿਆਣੀ ਹੈ, ਔਖੀ ਮੰਜ਼ਿਲ ਫਕੀਰਾਂ ਵਾਲੀ। ਤੇਰੀ ਉਮਰ ਨਿਆਣੀ ਹੈ, ਔਖੀ ਮੰਜ਼ਿਲ ਫਕੀਰਾਂ ਵਾਲੀ। ਤੇਰੀ ਉਮਰ ਨਿਆਣੀ ਹੈ, ਔਖੀ ਮੰਜ਼ਿਲ ਫਕੀਰਾਂ ਵਾਲੀ। ਲਈ ਫਕੀਰੀ ਕਿਆ ਦਿਲਗੀਰੀ, ਮੰਦਿਆਂ ਕਿਸੇ ਨਾ ਕਹਿਣਾ। ਲਈ ਫਕੀਰੀ ਕਿਆ ਦਿਲਗੀਰੀ, ਮੰਦਿਆਂ ਕਿਸੇ ਨਾ ਕਹਿਣਾ। ਲਈ ਫਕੀਰੀ ਗਿਆਦ ਲਗੀਰੀ, ਮੰਦਿਆ ਕਿਸੇ ਨਾ ਕਹਿਣਾ। ਲਈ ਫਕੀਰੀ ਗਿਆਦ ਲਗੀਰੀ, ਮੰਦਿਆ ਕਿਸੇ ਨਾ ਕਹਿਣਾ। ਲਈ ਫਕੀਰੀ ਗਿਆਦ ਲਗੀਰੀ, ਮੰਦਿਆ ਕਿਸੇ ਨਾ ਕਹਿਣਾ। ਗਈ ਫਕੀਰੀ ਯਾਦ ਲਗੀਰੀ, ਮੰਦਿਆ ਕਿਸੇ ਨਾ ਕਹਿਣਾ। ਕਰ ਕਰ ਪੈਂਦੀ ਭਿਖਿਆ ਮੰਗਣੀ, ਬੋਲ ਕਬੋਲ ਵੀ ਸਹਿਣਾ। ਕਰ ਕਰ ਪੈਂਦੀ ਭਿਖਿਆ ਮੰਗਣੀ, ਬੋਲ ਕਬੋਲ ਵੀ ਸਹਿਣਾ। ਕਰ ਕਰ ਪੈਂਦੀ ਭਿਖਿਆ ਮੰਗਣੀ, ਬੋਲ ਕਬੋਲ ਵੀ ਸਹਿਣਾ। ਕਰ ਕਰ ਪੈਂਦੀ ਭਿਖਿਆ ਮੰਗਣੀ, ਬੋਲ ਕਬੋਲ ਵੀ ਸਹਿਣਾ। ਦਰ ਦਰ ਪੈਂਦੀ ਭਿਖਿਆ ਮੰਗਣੀ, ਬੋਲ ਕਬੋਲ ਵੀ ਸਹਿਣਾ। ਦਰ ਦਰ ਪੈਂਦੀ ਭਿਖਿਆ ਮੰਗਣੀ, ਬੋਲ ਕਬੋਲ ਵੀ ਸਹਿਣਾ। ਸੰਤ ਰਹਿਣ ਇਹ ਚਾਲ ਫਕਰ ਦੀ, ਜੀ ਬੰਦਿਆ ਮਰ ਰਹਿਣਾ। ਸੰਤ ਰਹਿਣ ਇਹ ਚਾਲ ਫਕਰ ਦੀ, ਜੀ ਬੰਦਿਆ ਮਰ ਰਹਿਣਾ। ਸੰਤ ਰਹਿਣ ਇਹ ਚਾਲ ਫਕਰ ਦੀ, ਜੀਵਿਆ ਹੀ ਮਰ ਰਹਿਣਾ। ਸੰਤ ਰਹਿਣ ਇਹ ਚਾਲ ਫਕਰ ਦੀ, ਜੀਵਿਆ ਮਰ ਰਹਿਣਾ। ਸੰਤ ਰਹਿਣ ਇਹ ਚਾਲ ਫਕਰ ਦੀ, ਜਿਉਂਦਿਆਂ ਹੀ ਮਰ ਰਹਿਣਾ। ਸੰਤ ਰਹਿਣ ਇਹ ਚਾਲ ਫਕਰ ਦੀ, ਜਿਉਂਦਿਆਂ ਹੀ ਮਰ ਰਹਿਣਾ। ਕਲਗੀਧਰ ਜੀ ਕਹਿੰਦੇ ਧੀਏ ਬਸੰਤ ਲਤਾ, ਫਕੀਰਾਂ ਦਾ ਰਾਹ ਬੜਾ ਔਖਾ ਹੈ। ਆਸ਼ਿਕ ਆਸ਼ਿਕ ਸਭ ਕੋਈ ਕਹਿੰਦਾ, ਫਿਰ ਟੇਢੀ ਪਗੜੀ ਧਰ ਕੇ ਸਿਰ ਤੋਂ ਪਰੇ ਇਸ਼ਕ ਦਾ ਡੇਰਾ। ਕੋਈ ਆਸ਼ਿਕ ਪਹੁੰਚਣ ਮਰ ਕੇ, ਡੇਰਾ ਨੀ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਦਾ। ਡੇਰਾ ਨੀ ਜਿੰਦੇ ਪਰੇ ਹੈ ਪ੍ਰੇਮ ਦਾ। ਡੇਰਾ ਨੀ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਦਾ। ਡੇਰਾ ਨੀ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਦਾ। ਡੇਰਾ ਨੀ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਦਾ। ਡੇਰਾ ਨੀ ਜਿੰਦੇ ਸਿਰ ਤੋਂ ਪਰੇ ਹੈ ਪ੍ਰੇਮ ਦਾ। ਆਏ ਮਹਾਰਾਜ ਸਮਝਾਉਂਦੇ ਆ, ਦੋਏ ਪੱਖ ਨੇ ਸੰਸਾਰ ਵਿੱਚ। ਇੱਥੇ ਗ੍ਰਸਥ ਮਾਰਗ ਵੀ ਹੈ, ਗੁਰੂ ਘਰ ਵਿੱਚ ਤਿਆਗ ਦਾ ਮਾਰਗ ਵੀ ਹੈ। ਇਹ ਦੋਨੇ ਮਾਰਗ ਹੀ ਚੱਲਦੇ ਐ। ਗ੍ਰਸਥ ਮਾਰਗ ਸਹਿਜ ਮਾਰਗ ਹੈ, ਤਿਆਗ ਮਾਰਗ ਬੜਾ ਔਖਾ ਮਾਰਗ। ਤੂੰ ਚਲੀ ਜਾ ਆਪਣੇ ਪਰਿਵਾਰ ਦੇ ਨਾਲ,
ਉਹ ਕਹਿੰਦੀ ਮਹਾਰਾਜ ਨਹੀਂ, ਮੈਂ ਹੁਣ ਜਿਹੜਾ ਆ ਸਮਾਧੀ ਦਾ ਆਨੰਦ ਲੈ ਲਿਆ ਭਗਤੀ ਦਾ, ਮੇਰੀ ਸੁਰਤ ਜਿਹੜੀ ਉੱਚੀਆਂ ਮੰਡਲਾਂ 'ਚ ਉਡਾਰੀਆਂ ਮਾਰਦੀ ਏ, ਹੁਣ ਮੈਂ ਥੱਲੇ ਦੇ ਕੇਂਦਰਾਂ 'ਚ ਨਹੀਂ ਆ ਸਕਦੀ। ਬੰਦੇ ਦੇ ਗੁਰਮੁਖੋ 8 ਚੱਕਰ ਨੇ ਸਰੀਰ ਵਿੱਚ। ਪਹਿਲਾ ਮੂਲਬੰਧ ਚੱਕਰ ਹੈ ਸਾਡਾ, ਸਾਡੀ ਸੁਰਤ ਉੱਥੇ ਖਲੋਤੀ ਹੈ, ਇਸ ਕਰਕੇ ਸਾਡੇ 'ਚ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਹੈ। ਸਿਮਰਨ ਕਰਦਿਆਂ ਕਰਦਿਆਂ ਸੁਰਤੇ ਤੋਂ ਤਾਂ ਜਾਊਗੀ ਜਦੋਂ ਉੱਚੀਆਂ ਮੰਡਲਾਂ ਤੱਕ ਸੁਰਤ ਪਹੁੰਚ ਗਈ। ਇਹ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਇਹਨਾਂ ਨਾਲ ਬੰਦੇ ਨੂੰ ਲੜਨਾ ਨਹੀਂ ਪੈਂਦਾ, ਇਹ ਰੂਪ ਬਦਲ ਲੈਂਦੇ ਐ। ਫਿਰ ਕਾਮ ਕਾਮਨਾ ਬਣ ਜਾਂਦਾ ਹੈ, ਕ੍ਰੋਧ ਵੀਰ ਰਸ ਬਣ ਜਾਂਦਾ ਹੈ, ਮੋਹ ਪਿਆਰ ਬਣ ਜਾਂਦਾ ਹੈ, ਲੋਭ ਸਬਰ ਬਣ ਜਾਂਦਾ ਹੈ, ਹੰਕਾਰ ਅਣਖ ਬਣ ਜਾਂਦਾ ਹੈ। ਇਹ ਫਿਰ ਐਂ ਬਦਲ ਜਾਂਦੇ। ਬਸੰਤ ਲਤਾ ਕਹਿੰਦੀ ਮਹਾਰਾਜ ਹੁਣ ਮੈਂ ਇੱਥੇ ਹੀ ਰਹੂੰ। ਸੱਚੇ ਪਾਤਸ਼ਾਹ ਪਰਿਵਾਰ ਨੂੰ ਕਹਿੰਦੇ ਹੁਣ ਛੱਡ ਜਾਓ ਇਹਨੂੰ ਭਾਈ, ਲੈ ਕੇ ਨਾ ਜਾਇਓ। ਉਹ ਕਹਿੰਦੇ ਸਤ ਵਚਨ ਮਹਾਰਾਜ ਆਪਣੀ ਲੜਕੀ ਨੂੰ ਆਨੰਦਪੁਰ ਸਾਹਿਬ ਛੱਡ ਗਏ। ਸਮਾਂ ਚੱਲਦਾ ਰਿਹਾ, ਜਦੋਂ ਫਿਰ ਹਜੂਰ ਆਨੰਦਪੁਰ ਸਾਹਿਬ ਨੂੰ ਛੱਡ ਕੇ ਤੁਰੇ, ਉਦੋਂ ਫਿਰ ਇਹ ਲੜਕੀ ਬਸੰਤ ਲਤਾ ਮਾਤਾ ਸਾਹਿਬ ਕੌਰ ਉਹਨਾਂ ਦੀ ਸੇਵਾ ਵਿੱਚ ਰਹਿੰਦੀ ਹੁੰਦੀ ਸੀ। ਆਨੰਦਪੁਰ ਸਾਹਿਬ ਹਜੂਰ ਨੇ ਛੱਡਤਾ, ਸਰਸਾ ਦੇ ਕੰਢੇ ਤੇ ਫਿਰ ਵਿਛੋੜਾ ਪੈ ਗਿਆ, ਪਰਿਵਾਰ ਵੰਡਿਆ ਗਿਆ 3 ਹਿੱਸਿਆਂ 'ਚ। ਜਿੱਧਰ ਫਿਰ ਮਾਤਾ ਜੀ ਗੁਰੂ ਕੇ ਮਹਿਲ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜਿੱਧਰ ਗਏ, ਉਧਰ ਹੀ ਨਾਲ ਫਿਰ ਬੀਬੀ ਬਸੰਤ ਲਤਾ ਗਈ। ਭਾਈ ਮਨੀ ਸਿੰਘ ਹੋਣੀ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਨੂੰ ਪਾਲਕੀ 'ਚ ਬਹਾ ਕੇ ਚੱਲੇ। ਮਾਤਾ ਜੀ ਕਹਿੰਦੇ ਤੂੰ ਵੀ ਵਿੱਚੇ ਬਹਿ ਜਾ ਪਾਲਕੀ ਦੇ। ਬਸੰਤ ਲਤਾ ਕਹਿੰਦੀ ਮਾਤਾ ਜੀ ਮੈਂ ਤੁਹਾਡੇ ਬਰਾਬਰ ਨਹੀਂ ਬਹਿਣਾ, ਪਾਲਕੀ 'ਚ ਤੁਸੀਂ ਸਜੋਗੇ, ਮੈਂ ਤੁਹਾਡੇ ਪਿੱਛੇ ਭੱਜੀ ਆਉਂਗੀ। ਮਾਤਾ ਜੀ ਪਾਲਕੀ 'ਚ ਨੇ, ਇਹ ਫਿਰ ਪਿੱਛੇ ਹੀ ਭੱਜੀ ਜਾਂਦੀ ਏ। ਰਾਤ ਦਾ ਹਨੇਰਾ, ਠੰਡ ਜ਼ੋਰਾਂ ਤੇ, ਚੱਲਦਿਆਂ 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 ਕਿਸੇ ਪੱਥਰ ਦੇ ਵਿੱਚ ਇਹਦਾ ਠੇਡਾ ਵੱਜਦਾ ਹੈ। ਇਹ ਅੜਕ ਕੇ ਡਿੱਗਦੀ ਏ, ਬੜੇ ਜ਼ੋਰ ਦੀ ਡਿੱਗੀ, ਇਹਦਾ ਸਿਰ ਕਿਸੇ ਪੱਥਰ ਨਾਲ ਜਾ ਕੇ ਵੱਜਿਆ, ਲਹੂ ਲਹਾਨ ਹੋ ਗਈ, ਬੇਹੋਸ਼ ਹੋ ਕੇ ਡਿੱਗ ਪੈਂਦੀ ਏ। ਪਾਲਕੀਆਂ ਅੱਗੇ ਲੰਘ ਗਈਆਂ, ਸਾਰੇ ਜਥੇ ਤੋਂ ਵਿਛੜ ਗਈ, ਕੱਲੀ ਬੇਹੋਸ਼ ਜੰਗਲ 'ਚ ਪਈ ਹੈ। ਇਹਨੂੰ ਸੁਰਤ ਕੋਈ ਨਹੀਂ, ਲਹੂ ਲਹਾਨ ਹੈ। ਉਹ ਇਲਾਕੇ ਦਾ ਜਿਹੜਾ ਨਵਾਬ ਸੀ, ਸਮੁੰਦ ਖਾਂ ਉਹਦਾ ਨਾਮ ਸੀ, ਉਹਦੇ ਕਰਮਚਾਰੀ ਜੰਗਲ 'ਚ ਘੁੰਮਦੇ ਫਿਰਦੇ ਐ। ਉਹਨਾਂ ਨੇ ਵੇਖਿਆ ਇਹ ਕੌਣ ਹੈ ਲੜਕੀ ਬੇਹੋਸ਼ ਪਈ। ਉਹਨਾਂ ਨੇ ਬਸਤਰ ਵੇਖ ਲਏ ਵੀ ਸ਼੍ਰੀ ਸਭ ਪਾਈ ਹੈ, ਗੋਲ ਦਸਤਾਰ ਸਜਾਈ ਹੈ। ਪਤਾ ਉਹਨਾਂ ਨੂੰ ਸਾਰਾ ਹੀ ਸੀ ਕਿ ਆਨੰਦਪੁਰ ਵਾਲਾ ਗੁਰੂ ਆਨੰਦਪੁਰ ਛੱਡ ਕੇ ਚਲਿਆ ਗਿਆ। ਉਹ ਸਮਝਦੇ ਐ ਇਹ ਗੁਰੂ ਕੇ ਮਹਿਲ ਹੋਊਗੀ, ਜਿਹੜੀ ਸਤਿਗੁਰਾਂ ਤੋਂ ਵਿਛੜ ਗਈ, ਲਹੂ ਲਹਾਨ ਹੋਏ, ਜੰਗ ਹੋਏ ਨੇ ਅੱਗੇ। ਉਹਨੂੰ ਉਠਾ ਕੇ ਸਮੁੰਦ ਖਾਂ ਦੇ ਮਹਿਲਾਂ 'ਚ ਲੈ ਜਾਂਦੇ ਐ। ਉਹਦਾ ਇਲਾਜ ਹੋਇਆ, ਪੱਟੀਆਂ ਕੀਤੀਆਂ। ਇਹ ਜਿਹੜਾ ਸਮੁੰਦ ਖਾਨ ਹੈ, ਇਹ ਪੁੱਛਦਾ ਤੂੰ ਆਨੰਦਪੁਰ ਵਾਲੇ ਗੁਰੂ ਦੀ ਮਹਿਲ ਹੈ? ਇਹ ਕਹਿੰਦੀ ਨਾ, ਮੈਂ ਕਲਗੀਧਰ ਜੀ ਦੀ ਧੀ ਆ, ਬਸੰਤ ਲਤਾ ਮੇਰਾ ਨਾਂ ਹੈ। ਏਦਾਂ ਮਹਾਰਾਜ ਆਨੰਦਪੁਰ ਛੱਡ ਕੇ ਚਲੇ ਗਏ ਤੇ ਮੈਂ ਜਿਹੜੇ ਜਥੇ 'ਚ ਸੀ, ਮੈਂ ਉਹਨਾਂ ਤੋਂ ਵਿਛੜ ਗਈ। ਉਹਨਾਂ ਨੂੰ ਪਤਾ ਨਹੀਂ ਲੱਗਿਆ ਮੈਂ ਕਿੱਥੇ ਜੰਗਲ 'ਚ ਹੀ ਰੁਲ ਗਈ, ਆਏ ਮੇਰੇ ਸੱਟ ਲੱਗ ਗਈ। ਤੁਸੀਂ ਕਿਰਪਾ ਕਰੋ ਮੈਨੂੰ ਦਿੱਲੀ ਪਹੁੰਚਾ ਦਿਓ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਦੇ ਕੋਲ। ਜਿਹੜਾ ਸਮੁੰਦ ਖਾਨ ਹੈ, ਪਠਾਨ ਨਵਾਬ, ਉਹ ਬਸੰਤ ਲਤਾ ਦਾ ਰੂਪ ਵੇਖ ਕੇ ਮੋਹਿਤ ਹੋ ਗਿਆ, ਬੇਈਮਾਨ ਹੋ ਗਿਆ। ਉਹ ਕਹਿੰਦਾ ਗੱਲ ਸੁਣ ਬਸੰਤ ਲਤਾ,
ਤੇਰਾ ਗੁਰੂ ਆਨੰਦਪੁਰ ਛੱਡ ਕੇ ਚਲਿਆ ਗਿਆ, ਉਹ ਤੇ ਚੜ੍ਹਾਈ ਕਰ ਗਿਆ ਹੋਊਗਾ, ਫੌਜਾਂ ਉਹਦੇ ਮਗਰ ਲੱਗੀਆਂ, ਤੂੰ ਲੈਣਾ ਕੀ ਹੈ? ਸੈਂਟਰ ਸਰਕਾਰ ਦਾ ਉਹਨਾਂ ਦਾ ਵੈਰ ਹੈ, ਉਹਨਾਂ ਦਾ ਘਰ ਵੀ ਖੋਲਿਆ, ਪੁੱਜੜ ਗਏ ਤੇਰਾ ਗੁਰੂ ਤੇ, ਛੱਡ ਗੁਰੂ ਦਾ ਖਹਿੜਾ। ਤੂੰ ਅਜੇ ਨੌਜਵਾਨ ਹੈ, ਮੇਰੇ ਨਾਲ ਸ਼ਾਦੀ ਕਰ ਲੈ, ਆ ਮੇਰਿਆਂ ਮਹਿਲਾਂ 'ਚ ਆਨੰਦ ਨਾ ਰਹੀ, ਛੱਡ ਗੁਰੂ ਦਾ ਖਹਿੜਾ, ਤੇਰੀ ਅਜੇ ਸਾਰੀ ਜ਼ਿੰਦਗੀ ਪਈ ਹੈ। ਉਹ ਏਦਾਂ ਬੋਲਦਾ ਹੈ। ਬੀਬੀ ਬਸੰਤ ਲਤਾ ਕਹਿੰਦੀ ਨਹੀਂ ਨਹੀਂ, ਮੈਂ ਤੇ ਸ਼ਾਦੀ ਕਰਾਉਣੀ ਹੋਈ ਨਹੀਂ। ਉਹ ਕਹਿੰਦਾ ਇਹਨੂੰ ਕਾਲ ਕੋਠੜੀ 'ਚ ਬੰਦ ਕਰ ਦਿਓ, ਕੁਝ ਖਾਣ ਵਾਸਤੇ ਨਹੀਂ ਦੇਣਾ, ਪੀਣ ਵਾਸਤੇ ਨਹੀਂ ਦੇਣਾ, ਜਦੋਂ ਭੁੱਖੀ ਥਿਆਈ ਰਹੂਗੀ ਆਪੇ ਮੇਰੀ ਗੱਲ ਮੰਨ ਲੂਗੀ। ਬਸੰਤ ਲਤਾ ਕਾਲ ਕੋਠੜੀ 'ਚ ਕੈਦ ਹੈ। ਇਹ ਬੇਈਮਾਨ ਸਮੁੰਦ ਖਾਂ ਬੜੀਆਂ ਸਕੀਮਾਂ ਲਾਉਂਦਾ, ਮੈਂ ਐਂ ਕਰ ਦੂੰ, ਮੈਂ ਐਂ ਕਰ ਦੂੰ। ਸੁੰਦਰ ਸਰੂਪ ਨੂੰ, ਅਕਲ ਨੂੰ ਤੇ ਸ਼ਕਲ ਨੂੰ ਸੰਸਾਰ ਵਿੱਚ ਬਹੁਤ ਪਵਾੜੇ ਪੈਂਦੇ ਆ। ਧਨ ਜੋਬਨ ਦੋਏ ਵੈਰੀ ਹੋਏ। ਕਈ ਵਾਰੀ ਬੰਦੇ ਦਾ ਧਨ ਹੀ ਵੈਰੀ ਬਣ ਜਾਂਦਾ, ਸੁੰਦਰ ਰੂਪ ਹੀ ਬੰਦੇ ਦਾ ਵੈਰੀ ਬਣ ਜਾਂਦਾ ਹੈ। ਇਸ ਦੁਨੀਆ ਦੇ ਉੱਤੇ ਅਕਲਾਂ ਵਾਲਿਆਂ ਨੂੰ, ਜਿਨ੍ਹਾਂ ਕੋਲ ਆਮ ਬੰਦਿਆਂ ਨਾਲੋਂ ਵੱਧ ਅਕਲ ਹੈ ਨਾ, ਜਿਨ੍ਹਾਂ ਨੇ ਆਮ ਬੰਦਿਆਂ ਤੋਂ ਉੱਚੀ ਗੱਲ ਕੀਤੀ, ਜ਼ਮਾਨਾ ਉਹਦਾ ਵੀ ਵੈਰੀ ਬਣ ਗਿਆ। ਤੇ ਜਿਨ੍ਹਾਂ ਕੋਲੇ ਸ਼ਕਲਾਂ ਨੇ ਚੰਗੀਆਂ, ਜਿਨ੍ਹਾਂ ਦੇ ਸੁੰਦਰ ਸਰੂਪ ਨੇ, ਜ਼ਮਾਨਾ ਉਹਨਾਂ ਦਾ ਵੀ ਵੈਰੀ ਬਣਿਆ। ਬਸੰਤ ਲਤਾ ਦਾ ਸੁੰਦਰ ਸਰੂਪ ਵੈਰੀ ਬਣ ਗਿਆ। ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ ਸੀ, ਹੁਸਨ ਜਨਾਂ ਨੂੰ ਦਿੱਤਾ। ਆ ਕੀ ਹੁੰਦਾ? ਸੌਂ ਪੱਖੇ ਪੁੱਖੇ ਬੰਦ ਕਰ ਦੋ, ਲੋਡ ਘਟਾ ਦੋ ਇਹਦਾ। ਹੁਸਨ ਜਨਾਂ ਨੂੰ ਦਿੱਤਾ ਕਰਤਾਰ ਨੇ, ਉਹਨਾਂ ਨੂੰ ਚੱਲਣੇ ਪੈਂਦੇ ਦੁਖੜੇ ਹਜ਼ਾਰ ਨੇ। ਪੜ੍ਹ ਕੇ ਇਤਿਹਾਸ ਵੇਖ ਲੋ, ਲੱਖਾਂ ਵਿਚਾਰ ਨੇ। ਹੁੰਦਾ ਜ਼ਮਾਨਾ ਵੈਰੀ, ਸੋਹਣੀ ਤਸਵੀਰ ਦਾ, ਹੁਸਨ ਦੇ ਨਾਲ ਕੀ ਖਬਰੇ, ਵੈਰ ਤਕਦੀਰ ਦਾ। ਹੁਸਨ ਦੇ ਨਾਲ ਕੀ ਖਬਰੇ, ਵੈਰ ਤਕਦੀਰ ਦਾ। ਹੁਸਨ ਦੇ ਨਾਲ ਕੀ ਖਬਰੇ, ਵੈਰ ਤਕਦੀਰ ਦਾ। ਹੁਸਨ ਦੇ ਨਾਲ ਕੀ ਖਬਰੇ, ਹੁਸਨ ਦੇ ਨਾਲ ਕੀ ਖਬਰੇ, ਵੈਰ ਤਕਦੀਰ ਦਾ। ਹੁਸਨ ਦੇ ਨਾਲ ਕੀ ਖਬਰੇ, ਵੈਰ ਤਕਦੀਰ ਦਾ। ਹੁਸਨ ਦੇ ਨਾਲ ਕੀ ਖਬਰੇ, ਵੈਰ ਤਕਦੀਰ ਦਾ। ਹੁਸਨ ਦੇ ਨਾਲ ਕੀ ਖਬਰੇ। ਜਿਹਨੂੰ ਵੀ ਰੱਬ ਨੇ ਅਕਲ ਤੇ ਸ਼ਕਲ ਦੇਤੀ, ਜਨਕ ਦੀ ਪੁੱਤਰੀ ਸੀਤਾ, ਸਿਆਣੀ ਤੇ ਸੋਹਣੀ ਸੀ, ਰਾਮ ਦੇ ਨਾਲ ਵਿਆਹੀ, ਲੱਗਦੀ ਮਨ ਮੋਹਣੀ ਸੀ। ਉਸ ਦੇ ਉੱਤੇ ਪਾਪਣ ਵਰਤ ਗਈ ਹੋਣੀ ਸੀ। ਕਰ ਗਿਆ ਛਲ ਰਾਵਣ ਜਿੰਦਰੇ, ਵੱਜ ਗਏ ਸੀ ਅਗਨਾਂ ਨੂੰ, ਪੈਂਦੇ ਨੇ ਬੜੇ ਪੁਆੜੇ, ਅਕਲਾਂ ਤੇ ਸ਼ਕਲਾਂ ਨੂੰ, ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ, ਪੈਂਦੇ ਨੇ ਬੜੇ ਪਵਾੜੇ। ਅਕਲਾਂ ਤੇ ਸ਼ਕਲਾਂ ਨੂੰ, ਪੈਂਦੇ ਨੇ ਬੜੇ ਪਵਾੜੇ। ਅਕਲਾਂ ਤੇ ਸ਼ਕਲਾਂ ਨੂੰ, ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ,
ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਰਜਨੀ ਜਈ ਸਿਆਣੀ ਧੀ ਦੀਆਂ, ਰਜਨੀ ਵਰਗੀ ਸਿਆਣੀ ਧੀ ਕੌਣ ਹੋ ਜੂਗੀ? ਪਰ ਸਮੇਂ ਦੀਆਂ ਮਾਰਾਂ ਰਜਨੀ ਨੂੰ ਵੀ ਪਈਆਂ। ਰਜਨੀ ਜਈ ਸਿਆਣੀ ਧੀ ਦੀਆਂ ਗੱਲਾਂ ਵੀ ਸੁਣੀਆਂ ਨੇ, ਤਾਰਾ ਜਈ ਰਾਣੀ ਰੋਲੀ ਰਿਸ਼ੀਆਂ ਤੇ ਮੁਨੀਆਂ ਨੇ। ਦ੍ਰੋਪਦੀ ਬੇਪਤ ਹੁੰਦੀ ਵੇਖੀ ਸੀ ਦੁਨੀਆ ਨੇ, ਸਗੋਂ ਦੁਰਯੋਧਨ ਵਰਗੇ ਕਰਦੇ ਨੇ ਨਕਲਾਂ ਨੂੰ, ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਅਕਲ ਤੇ ਸ਼ਕਲ ਦਾ ਤਕਦੀਰਾਂ ਨਾਲ ਵੈਰ ਹੀ ਹੈ। ਰੂਪ ਬਸੰਤ ਸੋਹਣੇ ਰਾਜਕੁਮਾਰ ਸੀ, ਕੀਤਾ ਤਕਦੀਰ ਉਹਨਾਂ ਨੂੰ ਬਹੁਤਾ ਖੁਆਰ ਸੀ। ਜੋਰਾਵਰ ਫਤਿਹ ਸਿੰਘ ਤੇ ਚੱਲੀ ਤਲਵਾਰ ਸੀ, ਆਉਂਦਾ ਯਦ ਯਾਦ ਰੋਣਾ ਬਚਪਨ ਰਘੁਵੀਰ ਦਾ। ਹੁਸਨ ਦੇ ਨਾਲ ਕੀ ਖਬਰੇ ਵੈਰ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ ਵੈਰ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ। 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 ਤਕਦੀਰਾਂ ਦਾ ਵੈਰ ਹੈ। ਗੌਤਮ ਦੀ ਨਾਰ ਅਹਲਿਆ, ਬੜੇ ਪ੍ਰਮਾਣ ਨੇ ਇਤਿਹਾਸ ਵਿੱਚ। ਗੌਤਮ ਦੀ ਨਾਰ ਅਹਲਿਆ ਸਤੀ ਅਖਵਾਉਂਦੀ ਸੀ, ਇੰਦਰ ਨੇ ਬੇਪਤ ਕੀਤੀ ਰੋਂਦੀ ਕੁਰਲਾਉਂਦੀ ਸੀ। ਰਾਣੀ ਮਹਾਜਿੰਦਾ ਵੇਖੋ ਜੰਗਲਾਂ ਵਿੱਚ ਪਾਉਂਦੀ ਸੀ, ਪੈਂਦੀਆਂ ਸਦਾ ਹੀ ਮਾਰਾਂ ਗਊਆਂ ਤੇ ਅਬਲਾਂ ਨੂੰ, ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪਿਆਰੇ। ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਪੂਰਨ ਸੀ ਸੋਹਣਾ ਪੁੱਤਰ ਰਾਜੇ ਸਲਵਾਨ ਦਾ, ਵੇਖ ਕੇ ਹੁਸਨ ਟਹਿ ਗਿਆ ਟੋਕਰਾ ਈਮਾਨ ਦਾ। ਡੋਲ ਗਿਆ ਦਿਲ ਸੀ ਉੱਤੇ ਨੂਰਾਂ ਸ਼ੈਤਾਨ ਦਾ, ਮੰਨਿਆ ਨਾ ਖੂਹ ਵਿੱਚ ਪਾਇਆ ਮੰਨਿਆ ਨਾ ਖੂਹ ਵਿੱਚ ਪਾਤਾ।
ਕਰਕੇ ਜਦ ਕਤਲਾਂ ਨੂੰ ਪੈਂਦੇ ਨੇ ਬੜੇ ਪੁਆੜੇ, ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ, ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ, ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ, ਅਕਲਾਂ ਤੇ ਸ਼ਕਲਾਂ ਨੂੰ ਪੈਂਦੇ ਨੇ ਬੜੇ ਪੁਆੜੇ। ਮਿਸਰ ਦੀ ਮੰਡੀ ਜਾ ਕੇ ਧਨ ਤੇ ਜੋਬਨ ਸਦਾ ਹੀ ਵੈਰੀ ਹੈ। ਮਿਸਰ ਦੀ ਮੰਡੀ ਜਾ ਕੇ ਪੁੱਛ ਲੋ ਕਿਸੇ ਹੱਡੀ ਤੋਂ, ਯੂਸਫ ਜੈ ਸੋਹਣੇ ਵਿਕ ਗਏ ਸੂਤ ਦੀ ਅੱਡੀ ਤੋਂ। ਕਿੱਸਾ ਮਸ਼ਹੂਰ ਜਗਤ ਵਿੱਚ ਰਾਜਾ ਅਸ਼ਮੀਰ ਦਾ, ਹੁਸਨ ਦੇ ਨਾਲ ਕੀ ਖਬਰੇ ਪੈਰ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ ਪੈਰ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ, ਪੈਰ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ, ਪੈਰ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ, ਪੈਰ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ। ਪੈਂਦੇ ਨੇ ਬੜੇ ਪੁਆੜੇ, ਲੱਖਾਂ ਹੀ ਪ੍ਰਮਾਣ ਨੇ, ਕਿਹੜਾ ਕਿਹੜਾ ਗਣਾਈਏ। ਆ ਕੱਲਾ ਕੱਲਾ ਪ੍ਰਮਾਣ ਵੇਖ ਲੋ ਮਹਾਂਪੁਰਖਾਂ ਨੇ ਇੱਕੋ ਹੀ ਧਾਰਨਾ ਵਿੱਚ ਪਰੋ ਕੇ ਰੱਖਦਾ। ਸੱਸੀ ਪੰਗੋਲ ਸ਼ਹਿਰ ਦੀ ਬਹੁਤੀ ਹਸੀਨਾ ਸੀ, ਪੁੰਨੂ ਸ਼ਹਿਜ਼ਾਦਾ ਉਹਦਾ ਮੱਕਾ ਮਦੀਨਾ ਸੀ। ਪੜੀਏ ਜੇ ਦਰਦ ਉਹਨਾਂ ਦਾ ਸੀਨੇ ਨੂੰ ਚੀਰਦਾ, ਹੁਸਨ ਦੇ ਨਾਲ ਕੀ ਖਬਰੇ ਪੈਰ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ, ਪੈਰ ਤਕਦੀਰ ਦਾ, ਵੈਰ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ, ਵੈਰ ਤਕਦੀਰ ਦਾ, ਹੁਸਨ ਦੇ ਨਾਲ ਕੀ ਖਬਰੇ। ਅਕਲਾਂ ਤੇ ਸ਼ਕਲਾਂ ਨੂੰ ਪੁਆੜੇ ਹੀ ਪੁਆੜੇ। ਇਹ ਰਾਮ ਜੀ ਤੇ ਲక్ష్మణ ਜੀ ਕਿੰਨਾ ਸੁੰਦਰ ਸਰੂਪ ਹੈ, ਪਰ ਤਕਦੀਰਾਂ ਨੂੰ ਕੀ ਪਾਉਂਦਾ, ਬਣਾ ਵਿੱਚ ਜਾਣਾ ਪੈ ਗਿਆ। ਮੁਹੰਮਦ ਸਾਹਿਬ ਦੇ ਦੋਤਰੇ ਹਸਨ ਤੇ ਹੁਸੈਨ ਕਰਬਲਾ ਦੇ ਮੈਦਾਨ ਚ ਆਏ ਕੋ ਕੇ ਸ਼ਹੀਦ ਕਰਤੇ ਸੀ। ਇੰਨਾ ਸੁੰਦਰ ਸਰੂਪ ਉਹਨਾਂ ਦਾ ਮਾਰਾਂ ਹੀ ਮਾਰਾਂ ਪਈਆਂ। ਬਾਬੇ ਸਾਹਿਬਜ਼ਾਦਿਆਂ ਵਰਗਾ ਸੁੰਦਰ ਕੌਣ ਹੋਊਗਾ, ਰਜਨੀ ਜਿੰਨਾ ਸਿਆਣਾ ਕੌਣ ਹੋਊਗਾ, ਉਹਨਾਂ ਨੂੰ ਮਾਰਾਂ ਹੀ ਮਾਰਾਂ ਪੈਂਦੀਆਂ। ਅੱਜ ਬੀਬੀ ਬਸੰਤ ਲਤਾ ਇੱਕ ਬੰਦਗੀ ਕਰਨ ਵਾਲੀ ਕੰਨਿਆ ਕਲਗੀਧਰ ਜੀ ਦੀ ਧੀ, ਇੱਕ ਨਵਾਬ ਉਹਨੂੰ ਹਕੂਮਤ ਦਾ ਨਸ਼ਾ ਕਹਿੰਦਾ ਮੇਰੇ ਨਾਲ ਸ਼ਾਦੀ ਕਰ, ਉਹਨੇ ਜੇਲ੍ਹ 'ਚ ਬੰਦ ਕਰਤੀ, ਕੁਝ ਖਾਣ ਨੂੰ ਨਹੀਂ ਦੇਣਾ, ਪੀਣ ਨੂੰ ਨਹੀਂ ਦੇਣਾ। ਜਦੋਂ ਭੁੱਖ ਥਿਆਈ ਲੱਗੂਗੀ, ਭੁੱਖ ਦੇ ਦੁੱਖ ਅੱਗੇ ਵੱਡੇ ਵੱਡੇ ਹਾਰ ਮੰਨ ਜਾਂਦੇ। ਇਹਦੀ ਕਿਹੜੀ ਗੱਲ ਹੈ? ਕਈ ਦਿਨ ਉਹਨੂੰ ਖਾਣ ਪੀਣ ਨੂੰ ਨਹੀਂ ਦਿੱਤਾ ਕੁਝ। ਉਹ ਕਲਗੀਧਰ ਜੀ ਨੂੰ ਧਿਆਉਂਦੀ ਰਹੀ, ਮਹਾਰਾਜ ਕਿਰਪਾ ਕਰੋ, ਕਿਤੇ ਤੁਹਾਡੀਆਂ ਇੱਜ਼ਤਾਂ ਨੂੰ ਦਾਗ ਨਹੀਂ ਲੱਗਣਾ ਚਾਹੀਦਾ। ਉਹ ਧਿਆਉਂਦੀ ਰਹੀ ਮਹਾਰਾਜ ਨੂੰ। ਇਹ ਫਿਰ ਰੱਜ ਕੇ ਸ਼ਰਾਬ ਦੇ ਨਾਲ ਇਹ ਕੈਦਖਾਨੇ ਦੇ ਵਿੱਚ ਚਲਿਆ ਗਿਆ। ਜਾ ਕੇ ਬਸੰਤ ਲਤਾ ਨੂੰ ਮਾੜੀ ਨਜ਼ਰ ਨਾਲ ਵੇਖਦਾ, ਉਹਨੇ ਫਿਰ ਉੱਥੇ ਕਲਗੀਧਰ ਜੀ ਨੂੰ ਧਿਆਇਆ। ਜਦ ਉਹਦੀ ਇੱਜ਼ਤ ਨੂੰ ਹੱਥ ਪਾਉਣ ਲੱਗਿਆ, ਉਹ ਫਿਰ ਕਾਲੀ ਬੋਲੀ ਜੇਲ੍ਹ, ਉੱਥੇ ਫਿਰ ਕਲਗੀਧਰ ਜੀ ਘੋੜੇ ਤੇ ਸਵਾਰ ਪ੍ਰਗਟ ਹੋਏ ਗੁਰੂ।
ਬਸੰਤ ਲਤਾ ਨੂੰ ਨਜ਼ਰ ਆਉਂਦੇ ਐ। ਉਹ ਕਹਿੰਦੀ ਮਹਾਰਾਜ ਆ ਗਏ, ਮਹਾਰਾਜ ਆ ਗਏ। ਹੁਣ ਇਹਨੂੰ ਕਿੱਥੋਂ ਨਜ਼ਰ ਆਉਣੇ ਐ? ਜਦ ਉਹਦੇ ਵੱਲ ਨੂੰ ਹੱਥ ਵਧਾਉਂਦਾ ਇਹਨੂੰ ਅੱਖਾਂ ਤੋਂ ਦਿਸਣੋਂ ਹਟ ਜਾਂਦਾ ਹੈ, ਅੰਨਾ ਹੋ ਗਿਆ। ਮੈਨੂੰ ਤੇ ਨਜ਼ਰ ਹੀ ਨਹੀਂ ਆਉਂਦਾ। ਅੱਖਾਂ ਤੋਂ ਅੰਨਾ ਧਰਤੀ ਤੇ ਡਿੱਗ ਪਿਆ। ਇਹਦੇ ਕਰਮਚਾਰੀ ਇਕੱਠੇ ਹੋ ਗਏ, ਕਹਿੰਦੇ ਸਮੁੰਦ ਖਾਂ ਅੰਨਾ ਹੋ ਗਿਆ, ਅੰਨਾ ਹੋ ਗਿਆ। ਸਾਰੇ ਲੋਕ ਮਾੜੇ ਨਹੀਂ ਹੁੰਦੇ, ਸਭਾ 'ਚ ਚੰਗੇ ਵੀ ਹੁੰਦੇ ਐ। ਇੱਕ ਖੁਦਾ ਦਾ ਨੇਕ ਬੰਦਾ ਕਹਿੰਦਾ, ਪਠਾਨ ਸਾਹਿਬ ਆ ਅਵਲਾ ਵੱਲ ਤੂੰ ਮਾੜੀ ਨਜ਼ਰ ਨਾ ਵੇਖਦਾ, ਇਹਨੂੰ ਬੇਪਤ ਕਰਨ ਲੱਗਿਆ। ਖੁਦਾਬੰਦ ਕਰੀਮ ਇਹਦਾ ਗੁਰੂ ਪੂਰਾ, ਉਹ ਇਹਦੀ ਰਾਖੀ ਕਰਦਾ। ਇਹਦਾ ਗੁਰੂ ਵਿੱਚ ਖਲੋ ਗਿਆ ਕਿ ਤੂੰ ਅੱਖਾਂ ਤੋਂ ਅੰਨਾ ਹੋਇਆ, ਤੇਰਾ ਰਾਜ ਗਰਕ ਜੂਗਾ, ਤੇਰੀ ਕੁੱਲ ਖਤਮ ਹੋ ਜੂਗੀ। ਇਹ ਖੁਦਾ ਦੇ ਨੇਕ ਬੰਦਿਆਂ ਨਾਲ ਐ ਪੰਗਾ ਨਹੀਂ ਲਈਦਾ ਹੁੰਦਾ। ਇਹ ਕੁਝ ਨਹੀਂ ਕਹਿੰਦੇ ਹੁੰਦੇ, ਪਰ ਜਿਹੜਾ ਇਹਨਾਂ ਦਾ ਮਾਲਕ ਹੈ ਉਹਦੇ ਕਹਿਰ ਤੋਂ ਤੂੰ ਬਚ ਨਹੀਂ ਸਕਦਾ। ਆ ਤੇਰੇ ਰਾਜ ਭਾਗ ਤੇ ਖੁਦਾ ਦਾ ਕਹਿਰ ਵਰ ਜੂਗਾ। ਇਹ ਫਿਰ ਤਾਹਾ ਮਾਰ ਮਾਰ ਰੋਂਦਾ। ਬਸੰਤ ਲਤਾ ਨੂੰ ਕਹਿੰਦਾ, ਕਲਗੀਧਰ ਜੀ ਤੋਂ ਮੈਨੂੰ ਬਖਸ਼ਾ ਲੈ। ਰੱਬ ਦੇ ਪਿਆਰੇ ਫਿਰ ਵੀ ਰਹਿਮ ਦੇ ਘਰ 'ਚ ਹੀ ਆਉਂਦੇ ਐ। ਬਸੰਤ ਲਤਾ ਨੂੰ ਮਹਾਰਾਜ ਨਜ਼ਰ ਆਉਂਦੇ ਐ, ਗਰੀਬ ਨਵਾਜ਼ ਇਹਨੂੰ ਬਖਸ਼ ਦਿਓ, ਇਹਦਾ ਮਨ ਰਾਜੀ ਕਰ ਦਿਓ, ਇਹਦਾ ਮਨ ਹੀ ਬਦਲ ਦਿਓ। ਤੇ ਸੱਚੇ ਪਾਤਸ਼ਾਹ ਨੇ ਐਸਾ ਖੇਡ ਰਚਾਇਆ, ਉਹਦੀ ਅੱਖਾਂ ਦੀ ਲਾਈਟ ਵੀ ਵਾਪਸ ਆ ਗਈ। ਕੱਲਾ ਤਾਨੀ ਰਾਜੀ ਨਹੀਂ ਹੋਇਆ, ਉਹਦਾ ਮਨ ਵੀ ਰਾਜੀ ਹੋ ਗਿਆ। ਫਿਰ ਹੱਥ ਬੰਨ ਕੇ ਖੜ ਗਏ। ਬਸੰਤ ਲਤਾ ਨੂੰ ਕਹਿੰਦਾ, ਮੇਰੇ ਭੈਣ ਕੋਈ ਨਹੀਂ, ਮੈਂ ਤੈਨੂੰ ਆਪਣੀ ਧਰਮ ਦੀ ਭੈਣ ਬਣਾ ਕੇ ਮਹਿਲਾਂ 'ਚ ਰੱਖੂੰਗਾ। ਇਹਨੇ ਫਿਰ ਵੇਖ ਲੋ ਭੈਣ ਭਰਾ ਦਾ ਰਿਸ਼ਤਾ ਬਣਾਇਆ। ਸਮੁੰਦ ਖਾਂ ਨੇ ਬੀਬੀ ਬਸੰਤ ਲਤਾ ਨਾਲ ਉਹਨੂੰ ਮਹਿਲਾਂ 'ਚ ਰੱਖ ਲਿਆ। ਉਹਦੇ ਸੱਟਾਂ ਲੱਗੀਆਂ, ਉਹਦਾ ਇਲਾਜ ਕਰਾਉਂਦਾ ਹੈ। ਤੇ ਮਹਿਲਾਂ 'ਚ ਬੈਠੀ ਬੀਬੀ ਬਸੰਤ ਲਤਾ, ਰੱਬ ਦੇ ਪਿਆਰਿਆਂ ਦਾ ਕੰਮ ਕੀ ਹੁੰਦਾ ਹੈ? ਉਹ ਨਾਮ ਜਪਦੇ ਐ, ਜਪਾਉਂਦੇ ਐ, ਲੋਕਾਂ ਨੂੰ ਨਾਮ ਵਾਲੇ ਪਾਸੇ ਤੋਰਦੇ ਹੁੰਦੇ, ਕਥਾ ਕੀਰਤਨ ਕਰਦੇ ਹੁੰਦੇ। ਉਹਨਾਂ ਦੀ ਜ਼ਿੰਦਗੀ ਹੀ ਪ੍ਰਚਾਰ ਹੁੰਦੀ ਹੈ, ਉਹਨਾਂ ਦਾ ਜੀਵਨ ਹੀ ਪ੍ਰਚਾਰ ਹੈ। ਉਹ ਫਿਰ ਮਹਿਲਾਂ 'ਚ ਰਹਿੰਦੀ, ਉੱਥੇ ਰਾਣੀਆਂ ਮਹਾਰਾਣੀਆਂ ਨੂੰ ਗੁਰਬਾਣੀ ਪੜਾਉਂਦੀ ਹੈ, ਗੁਰੂ ਘਰ ਦੀ ਮਹਿਮਾ ਸੁਣਾਉਂਦੀ ਹੈ, ਕਥਾ ਕੀਰਤਨ ਸੁਣਾਉਂਦੀ ਹੈ। ਉਹਨੇ ਬੜੇ ਲੋਕਾਂ ਦਾ ਭਲਾ ਕਰਤਾ। ਜਦੋਂ ਸਮਾਂ ਥੋੜਾ ਠੀਕ ਹੁੰਦਾ ਹੈ, ਉਹ ਆਪਣੇ ਫਿਰ ਭਰਾ ਸਮੁੰਦ ਖਾਂ ਨੂੰ ਕਹਿੰਦੀ, ਮੈਨੂੰ ਸਾਰੀ ਖਬਰਸਾਰ ਇਕੱਠੀ ਕਰਕੇ ਲਿਆ ਕੇ ਦੇ। ਕਲਗੀਧਰ ਜੀ ਕਿੱਥੇ ਹੈ? ਮਾਤਾ ਜੀਤਾ ਮਾਤਾ ਸੁੰਦਰ ਕੌਰ ਕਿੱਥੇ ਨੇ? ਇਹ ਫਿਰ ਪਠਾਨ ਸੀ, ਨਵਾਬ ਸੀ। ਇਹਨੇ ਸਾਰੀ ਸੀਆਈਡੀ ਇਕੱਠੀ ਕੀਤੀ ਕਿ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਦਿੱਲੀ ਵਿੱਚ ਨੇ। ਕਹਿੰਦਾ, ਭੈਣੇ ਮੈਂ ਤੈਨੂੰ ਦਿੱਲੀ ਛੱਡਿਓ ਨਾ? ਉਹ ਕਹਿੰਦੀ ਛੱਡਿਆ। ਇਹਨੇ ਫਿਰ ਵਿਵਾਨ ਤਿਆਰ ਕੀਤਾ, ਕੱਪੜੇ ਲੀੜੇ ਗਹਿਣੇ ਗੱਟੇ ਬੜਾ ਕੁਝ, ਜਿਵੇਂ ਇੱਕ ਭਰਾ ਆਪਣੀ ਭੈਣ ਦਾ ਡੋਲਾ ਤੋੜਦਾ ਹੁੰਦਾ ਹੈ। ਇਹਨੇ ਫਿਰ ਬੀਬੀ ਬਸੰਤ ਲਤਾ ਨੂੰ ਆਪਣੇ ਮਹਿਲਾਂ 'ਚੋਂ ਆਏ ਤੋਰਿਆ ਸੀ। ਫਿਰ ਬੀਬੀ ਬਸੰਤ ਲਤਾ ਦਿੱਲੀ ਪਹੁੰਚਦੀ ਹੈ। ਸੋ ਗੁਰਮੁਖੋ, ਸਮਾਂ ਬਦਲ ਜਾਂਦਾ ਹੁੰਦਾ ਹੈ। ਜੇ ਰੱਬ ਦੇ ਰਾਹ ਤੇ ਚੱਲਿਆਂ ਤੇ ਚੱਲਦੇ ਹੀ ਰਹੀਦਾ, ਦੁੱਖ ਤਕਲੀਫਾਂ ਆਉਂਦੀਆਂ, ਅਖੀਰ ਮਹਾਰਾਜ ਆਪੇ ਹੀ ਬੇੜਾ ਬੰਨੇ ਲਾ ਦਿੰਦਾ। ਕਬੀਰ ਕੇਸੋਂ ਕਹਿ ਕੇ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ, ਕਬਹੂ ਕੇ ਸੁਣੇ ਪੁਕਾਰ। ਜੇ ਤੂੰ ਚੱਲਿਆਂ ਤੇ ਚੱਲਦਾ ਹੀ ਰਹੀਂ, ਸੱਚੇ ਪਾਤਸ਼ਾਹ ਤੈਨੂੰ ਆਪੇ ਬੰਨੇ ਲਾ ਦੇਣਗੇ। ਜੇ ਦੁੱਖ ਦਾ ਸਮਾਂ ਕਦੇ ਸੁੱਖ ਵੀ ਆਊਗਾ। ਜ਼ਮਾਨੇ ਬਦਲ ਜਾਂਦੇ ਹੁੰਦੇ, ਸਮਾਂ ਬਦਲ ਜਾਂਦਾ ਹੈ। ਤੁਰਿਆ ਰਹੀ, ਕਦੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਕਦੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਕਦੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਸਾਰ
ਇੱਕ ਸਾਰ ਨਹੀਂ ਰਹਿੰਦੇ, ਇੱਕ ਸਾਰ ਨਹੀਂ ਰਹਿੰਦੇ, ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ। ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਕਦੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਜਿਹੜੇ ਸਿਰ ਝੁਕਣ ਨਾ ਦੇਵਣ, ਜਿਹੜੇ ਸਿਰ ਝੁਕਣ ਨਾ ਦੇਵਣ, ਕਦੇ ਆ ਸਿਰ ਝੁਕਾਉਂਦੇ ਨੇ। ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਕਦੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। 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 ਸਮਾਂ ਆਪੇ ਬਦਲ ਜੂਗਾ, ਸੱਚ ਦੇ ਰਾਹ ਤੇ ਤੁਰਿਆਂ ਤੇ ਚੱਲਦੇ ਰਹੋ। ਇੱਕ ਦਿਨ ਮੰਜ਼ਿਲੇ ਮਕਸੂਦ ਤੱਕ ਜਾਵਾਂਗੇ। ਆਓ ਗੁਰਮੁਖੋ, ਜਿੱਥੋਂ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਗੁਰੂ ਤੇ ਸਿੱਖ ਦੀ ਪ੍ਰੀਤ ਇੱਕ ਅੰਗੀ ਪ੍ਰੀਤ ਨਹੀਂ, ਇਹ ਦੋ ਅੰਗੀ ਪ੍ਰੀਤ ਹੈ। ਜੇ ਸਿੱਖ ਇੱਕ ਕਦਮ ਤੁਰੂਗਾ, ਗੁਰੂ ਕਰੋੜਾਂ ਕਦਮ ਆਜੂਗਾ। ਬੀਬੀ ਬਸੰਤ ਲਤਾ ਨੇ ਸੱਚੇ ਪਾਤਸ਼ਾਹ ਨਾਲ ਪ੍ਰੀਤ ਪਾ ਕੇ ਤੋੜਨ ਵਾਈ। ਅਰਦਾਸ ਵਿੱਚ ਜਿੱਥੇ ਆਪਾਂ ਸਿੰਘਾਂ ਨੂੰ ਯਾਦ ਕਰਦੇ ਆਂ, ਉੱਥੇ ਇਹੋ ਜਿਹੀਆਂ ਸਿੰਘਣੀਆਂ ਨੂੰ ਵੀ ਆਪਾਂ ਚੇਤੇ ਕਰਦੇ ਆਂ। ਆਓ ਆਪਾਂ ਸਮਾਪਤੀ ਵੱਲ ਜਾਈਏ। ਨਾਮ ਦੀ ਕਮਾਈ ਕਰਦੇ ਰਹੋ, ਸੇਵਾ ਤੇ ਸਿਮਰਨ ਕਰਦੇ ਰਹੋ, ਗੁਰੂ ਵਾਲੇ ਬਣੋ, ਫਿਰ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਣਗੇ। ਆਓ ਪਿਆਰਿਓ, ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਸਾਰਿਆਂ ਪ੍ਰਬੰਧਕਾਂ ਦਾ ਧੰਨਵਾਦ ਹੈ। ਤੁਹਾਡੇ ਨਗਰ ਦੇ ਵਿੱਚ ਦਾਸ ਪਹਿਲੀ ਵਾਰੀ ਆਏ। ਕੀ ਨਾਮ ਹੈ ਭਲਾ ਤੁਹਾਡੇ ਪਿੰਡ ਦਾ? ਡਬਲੀ? ਆਹੋ, ਐ ਨਾਂ ਔਖੇ ਜਿਹੇ ਹੁੰਦੇ, ਕਿਤੇ ਹੋਰ ਹੀ ਨਾ ਮੂੰਹ ਚੋਂ ਕੁਝ ਨਿਕਲ ਜੇ। ਚਲੋ, ਕੋਈ ਵੀ ਪਿੰਡ ਦਾ ਨਾਮ ਹੈ ਤੁਹਾਡਾ, ਤੁਸੀਂ ਬਹੁਤ ਪਿਆਰ ਵਾਲੇ ਹੋ ਭਾਈ। ਮੈਂ ਤਾਂ ਸਮਝਿਆ ਸੀ ਵੀ ਕਿਤੇ ਸੁਣਨਾ ਹੀ ਨਹੀਂ ਕਿਸੇ ਨੇ, ਪਹਿਲੀ ਵਾਰੀ ਚੱਲੇ ਆ ਤੇ ਪ੍ਰੋਗਰਾਮ ਵੀ ਹਾਲ ਦੇ ਵਿੱਚ ਹੈ। ਇਹ ਸਾਡੇ ਚਿਮਟੇ ਹੀ ਖੜਕੀ ਜਾਣੇ ਆ ਵੀ ਇੱਥੇ ਤਾਂ ਸਾਡੀ ਢੋਲਕੀ ਹੀ ਨਹੀਂ ਸੁਣਨੀ, ਇਹ ਢੋਲਕੀ ਨਹੀਂ ਗਾਹ ਪਾ ਦੇਣਾ। ਵੇਖ ਲਓ ਸਾਡੀ ਢੋਲਕੀ 3 ਢੋਲਕੀਆਂ ਜਿੰਨੀ ਢੋਲਕੀ ਇਕੱਲਾ ਹੀ ਵਜਾ ਦਿੰਦਾ ਹੈ। ਬਈ ਇਹ ਤਾਂ ਹਾਲ ਹੈ ਵੀ ਇੱਥੇ ਤਾਂ ਫਿਰ ਔਖਾ ਹੋ ਜਾਣਾ। ਪਰ ਬਹੁਤ ਮਹਾਰਾਜ ਨੇ ਕਿਰਪਾ ਕੀਤੀ। ਸਾਊਂਡ ਵਾਲਿਆਂ ਦਾ ਵੀ ਧੰਨਵਾਦ ਹੈ, ਬੜਾ ਸੋਹਣਾ ਸਾਊਂਡ ਚੱਲਿਆ। ਆਓ ਹੁਣ ਆਪਾਂ ਸਮਾਪਤੀ ਕਰਦੇ ਆਂ, ਫਿਰ ਕਿਤੇ ਸਮਾਂ ਮਹਾਰਾਜ ਨੇ ਬਖਸ਼ਿਆ ਅਗਲੇ ਸਾਲ ਫਿਰ ਆਪਾਂ ਬਹੁਤੇ ਦਿਨਾਂ ਦਾ ਕਿਤੇ ਇੱਥੇ ਨੇੜੇ ਤੇਰੇ ਪ੍ਰੋਗਰਾਮ ਰੱਖਾਂਗੇ। ਆਓ, ਸਭ ਦਾ ਹੀ ਧੰਨਵਾਦ ਹੈ।